रेडियो इंडिया KRPA 1110 AM प्रोग्राम खबरसार दोस्तों मैं गौरव तुहाडे नाल इस वक्त रेडियो इंडिया के मंच तो हाजिर हाँ। सो प्रोग्राम नूं इस वक्त तुसीं KRPA 1110 AM ਦੇ ਉੱਪਰ ਸੁਣ ਰਹੇ ਹੋ। ਇਸ ਦੇ ਨਾਲ ਨਾਲ ਜੇਕਰ ਤੁਸੀਂ ਇਸ ਨੂੰ ਲਾਈਵ ਕਿਸੇ ਵੀ ਜਗ੍ਹਾ ਸੁਣਨਾ ਚਾਹੁੰਦੇ ਹੋ ਤਾਂ ਸਭ ਤੋਂ ਸੌਖਾ ਜਿਹੜਾ ਜ਼ਰੀਆ ਉਹ ਹੈ ਕਿ radioindia.ca ਤੇ ਜਾ ਕੇ ਤੁਸੀਂ ਸਾਰੇ ਪ੍ਰੋਗਰਾਮਾਂ ਨੂੰ ਲਾਈਵ ਸੁਣ ਸਕਦੇ ਹੋ। ਇਸ ਤੋਂ ਬਿਨਾਂ ਆਪਣੇ ਫੋਨਸ ਆਪਣੇ ਗੈਜਟਸ ਦੇ ਵਿੱਚ ਤੁਸੀਂ ਇੱਕ ਰੇਡੀਓ ਇੰਡੀਆ ਦੀ ਐਪ ਨੂੰ ਜ਼ਰੂਰ ਦੋਸਤੋ ਡਾਊਨਲੋਡ ਕਰਕੇ ਰੱਖੋ। ਬਹੁਤ ਆਸਾਨੀ ਨਾਲ ਤੁਹਾਨੂੰ ਰੇਡੀਓ ਇੰਡੀਆ ਦੀ ਐਪ ਸਰਚ ਕਰੇ ਤੋਂ ਮਿਲ ਜਾਣੀ ਹੈ। ਰੇਡੀਓ ਇੰਡੀਆ ਦੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਜੋ ਕੁਝ ਵੀ ਹੁੰਦਾ ਹੈ, ਜਿੰਨੀਆਂ ਵੀ ਇੰਟਰਵਿਊ, ਜਿੰਨੀਆਂ ਵੀ ਰਾਜਨੀਤਿਕ ਸਮਾਜਿਕ ਮੁੱਦਿਆਂ ਦੇ ਉੱਪਰ ਤੁਹਾਡੇ ਲਈ ਪ੍ਰੋਗਰਾਮ ਪੇਸ਼ ਹੁੰਦੇ ਆ, ਇਹਨਾਂ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ। ਫੋਨ ਨੰਬਰ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਤੁਹਾਡੇ ਅਨੁਭਵ, ਤੁਹਾਡੇ ਵਿਚਾਰਾਂ ਦੇ ਲਈ ਸਾਰੀਆਂ ਲਾਈਨਾਂ ਖੁੱਲ੍ਹੀਆਂ ਨੇ। 604 592 9191 ਰੇਡੀਓ ਇੰਡੀਆ ਦਾ ਫੋਨ ਨੰਬਰ ਹੈ ਜਿੱਥੇ ਤੁਸੀਂ ਆਪਣੀ ਸ਼ਮੂਲੀਅਤ ਦਰਜ ਕਰਵਾ ਸਕਦੇ ਹੋ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਉੱਪਰ ਰੇਡੀਓ ਇੰਡੀਆ ਤੁਹਾਡੇ ਲਈ ਪੂਰੀ ਤਰ੍ਹਾਂ ਸਰਗਰਮ ਹੈ। ਤੁਸੀਂ ਫੇਸਬੁੱਕ ਦੇ ਉੱਪਰ ਸਾਨੂੰ ਰੇਡੀਓ ਇੰਡੀਆ ਦੇ ਨਾਮ ਤੋਂ ਸਰਚ ਕਰ ਸਕਦੇ ਹੋ। ਪੇਜ ਤੁਹਾਨੂੰ ਆਸਾਨੀ ਨਾਲ ਮਿਲ ਜਾਣਾ। ਰੇਡੀਓ ਇੰਡੀਆ 1110 ਇਹ ਐਡਰੈਸ ਹੈ ਤੁਹਾਡਾ ਇੰਸਟਾਗ੍ਰਾਮ ਤੇ ਦੋਸਤੋ ਟਵਿੱਟਰ ਦੇ ਲਈ। ਉੱਥੇ ਵੀ ਤੁਸੀਂ ਸਾਰਾ ਕੁਝ ਜੋ ਕੁਝ ਸਾਰੇ ਦਿਨ ਦੇ ਵਿੱਚ ਵਾਪਰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉੱਥੇ ਅਪਡੇਟ ਕਰ ਦਈਏ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਤੇ ਨੌਲੇਜ ਹੋ ਸਕੇ। ਸੋਸ਼ਲ ਮੀਡੀਆ ਦੇ ਮਾਧਿਅਮ ਦੇ ਰਾਹੀਂ ਤੁਸੀਂ ਆਪਣੀਆਂ ਲਾਈਕਸ, ਆਪਣੇ ਕਮੈਂਟ ਸਾਡੇ ਤੱਕ ਪਹੁੰਚਾ ਸਕਦੇ ਹੋ। ਰੇਡੀਓ ਇੰਡੀਆ ਦੇ ਸਵੇਰ ਤੋਂ ਸ਼ਾਮ ਤੱਕ ਦੇ ਸਾਰੇ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾਉਣ ਦੇ ਵਿੱਚ ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਸਹਾਈ ਹੈ। ਸੋ ਇਸ ਤੋਂ ਬਿਨਾਂ ਜੇਕਰ ਤੁਸੀਂ ਰੇਡੀਓ ਇੰਡੀਆ ਤੇ ਆਪਣੀ ਬਿਜ਼ਨਸ ਨੂੰ ਵਧਾਉਣ ਦੇ ਲਈ ਕੋਈ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਹਾਡੇ ਲਈ ਬਹੁਤ ਸਾਰੇ ਫਲੈਕਸੀਬਲ ਪਲਾਨਸ ਨੇ। ਹਰ ਤਰ੍ਹਾਂ ਨਾਲ ਇੰਪੋਰਟੈਂਟ ਇੰਪਰੂਵਮੈਂਟਸ ਕਿਸ ਤਰ੍ਹਾਂ ਤੁਹਾਡੇ ਬਿਜ਼ਨਸ ਦੇ ਵਿੱਚ ਹੋ ਸਕਦੀਆਂ, ਬਹੁਤ ਸਾਰੇ ਸੁਝਾਅ ਨੇ ਰੇਡੀਓ ਇੰਡੀਆ ਕੋਲ। ਇੱਕ ਵਾਰ ਜ਼ਰੂਰ ਐਡਵਰਟਾਈਜ਼ਮੈਂਟ ਕਰਕੇ ਦੇਖੋ। ਪ੍ਰੋਗਰਾਮਾਂ ਨੂੰ ਤੁਸੀਂ ਸਪਾਂਸਰ ਕਰ ਸਕਦੇ ਹੋ। ਜੇ ਕੋਈ ਖਾਸ ਖਬਰ ਨਿਊਜ਼ ਰੂਮ ਤੱਕ ਪਹੁੰਚਾਉਣੀ ਹੈ ਤਾਂ ਵੀ ਤੁਹਾਨੂੰ ਪਤਾ ਹੈ ਕਿ ਰੇਡੀਓ ਇੰਡੀਆ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਪਹੁੰਚਾਈ ਜਾ ਸਕਦੀ ਹੈ। ਫਿਰ 604 592 9191 ਫੋਨ ਨੰਬਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਸੋ ਪ੍ਰੋਗਰਾਮ ਖਬਰਸਾਰ ਦੇ ਵਿੱਚ ਅੱਜ ਦੋ ਖਾਸ ਮੁਅੱਜ਼ਜ਼ ਸ਼ਖਸੀਅਤਾਂ ਸਟੂਡੀਓ ਦੇ ਵਿੱਚ ਪਹੁੰਚਣਗੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਲੈਕਸ਼ਨਜ਼, ਚੋਣਾਂ ਦਾ ਮਾਹੌਲ ਹੈ ਦੋਸਤੋ। ਸੋ ਕਈ ਤਰ੍ਹਾਂ ਦੀਆਂ ਚੋਣਾਂ ਇਸ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ। ਪੰਜਾਬੀਆਂ ਨੂੰ ਖਾਸ ਤੌਰ 'ਤੇ ਇਲੈਕਸ਼ਨ ਬਹੁਤ ਪਸੰਦ ਹੈ, ਲੜਨੀਆਂ ਵੀ ਤੇ ਉਹਦੇ ਬਾਰੇ 'ਚ ਗੱਲਾਂ ਵੀ ਕਰਨੀਆਂ। ਸੋ ਪਰ ਜਿਸ ਖਿੱਤੇ ਦੇ ਵਿੱਚ ਅਸੀਂ ਰਹਿੰਦੇ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਵਿਕਸਿਤ ਮੁਲਕਾਂ ਦੇ ਵਿੱਚ ਅਸੀਂ ਬੈਠੇ ਹੋਏ ਹਾਂ। ਕੁਝ ਚੀਜ਼ਾਂ ਤੋਂ ਬਿਨਾਂ ਸਾਡਾ ਕੰਮ ਨਹੀਂ ਚੱਲਦਾ। ਦੁਨੀਆ ਦੌਰ ਕਿਸੇ ਤਰ੍ਹਾਂ ਵੀ ਆਉਂਦਾ ਜਾਵੇ, ਪਰ ਸਿੱਖਿਆ ਦੀ ਜਿਹੜੀ ਇੰਪੋਰਟੈਂਸ ਹੈ ਉਹ ਸਾਡੀ ਜ਼ਿੰਦਗੀ 'ਚੋਂ ਜਾ ਨਹੀਂ ਸਕਦੀ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਿੱਖਿਆ ਕਦੇ ਵੀ ਮੰਨਫੀ ਨਹੀਂ ਹੋ ਸਕਦੀ ਅੰਟਿਲ ਕਿ ਬੰਦਾ ਕੰਪਲੀਟਲੀ ਰੋਬੋਟ ਨਾ ਬਣ ਜਾਏ। ਸੋ ਇਸ ਵਿਸ਼ੇ ਦੇ ਉੱਪਰ ਟਰਸਟੀਜ਼ ਦੀ ਜਿਹੜੀ ਸਕੂਲ ਡਿਸਟ੍ਰਿਕਟਸ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ, ਉਹਦੇ ਸੰਬੰਧ ਵਿੱਚ ਦੋ ਖਾਸ ਸ਼ਖਸੀਅਤਾਂ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨੇ। ਸਕੂਲ ਡਿਸਟ੍ਰਿਕਟ 36 ਸਰੀ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਦੋਸਤੋ ਜਸਬੀਰ ਨਰਵਾਲ ਜੀ, ਉਹਨਾਂ ਦੇ ਨਾਲ ਦਪਿੰਦਰ ਸਰਾਂ ਜੀ। ਬਹੁਤ ਜਲਦੀ ਉਹ ਸਟੂਡੀਓ ਦੇ ਵਿੱਚ ਹੋਣਗੇ ਤੇ ਆਪਣੀ ਗੱਲਬਾਤ ਨੂੰ ਆਪਾਂ ਅੱਗੇ ਵਧਾਵਾਂਗੇ। ਸਿੱਖਿਆ ਦੇ ਬਾਰੇ ਦੇ ਵਿੱਚ, ਇਲੈਕਸ਼ਨਸ ਦੇ ਬਾਰੇ ਦੇ ਵਿੱਚ, ਵੋਟਿੰਗ ਦੇ ਬਾਰੇ ਦੇ ਵਿੱਚ ਤੇ ਜੋ ਐਜੂਕੇਸ਼ਨਲ ਸਿਸਟਮ ਦਾ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਲ ਹੈ ਤੇ ਸ਼ਹਿਰ ਦੇ ਵਿੱਚ ਜਿਹੜੀਆਂ ਮੁਸੀਬਤਾਂ ਨੇ ਤੇ ਪੁਰਾਣਾ ਜਿਹੜਾ ਬੋਰਡ ਸੀ ਉਹਦੇ ਨਾਲ ਕੀ ਤਰ੍ਹਾਂ ਦੀਆਂ ਪ੍ਰੋਬਲਮਸ ਨੇ, ਇਸ ਵਿਸ਼ੇ ਦੇ ਉੱਪਰ ਵਿਸਥਾਰ ਦੇ ਵਿੱਚ ਗੱਲ ਕਰਾਂਗੇ। ਜੇਕਰ ਤੁਸੀਂ ਵੀ ਕੋਈ ਆਪਣਾ ਸਵਾਲ ਜਾਂ ਸ਼ਮੂਲੀਅਤ ਕਰਨੀ ਹੋਈ ਤਾਂ ਫੋਨ ਨੰਬਰ ਤੁਹਾਨੂੰ ਫਿਰ ਮੈਂ ਰਿਪੀਟ ਕਰ ਰਿਹਾ 604 592 9191। ਬਹੁਤ ਜਲਦੀ ਆਪਾਂ ਉਹਨਾਂ ਨਾਲ ਰਸਮੀ ਤੌਰ 'ਤੇ ਆਪਣੀ ਗੱਲਬਾਤ ਨੂੰ ਸ਼ੁਰੂ ਕਰਾਂਗੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਦੋ ਬਹੁਤ ਹੀ ਸੂਝਵਾਨ ਸ਼ਖਸੀਅਤਾਂ ਜਿਨ੍ਹਾਂ ਦਾ ਕਮਿਊਨਿਟੀ ਸਰਵਿਸ ਦੇ ਵਿੱਚ ਸੋਸ਼ਲ ਮੁੱਦਿਆਂ ਦੇ ਨਾਲ ਤੇ ਐਜੂਕੇਸ਼ਨਲ ਮੁੱਦਿਆਂ ਦੇ ਨਾਲ ਬਹੁਤ ਲੰਬਾ ਚੌੜਾ ਸੰਬੰਧ ਹੈ ਤੇ ਐਕਸਪੀਰੀਅੰਸ ਹੈ, ਉਹ ਇਸ ਵਕਤ ਸਕੂਲ ਡਿਸਟ੍ਰਿਕਟ 36 ਤੋਂ ਸਕੂਲ ਟਰਸਟੀਜ਼ ਦੀ ਚੋਣ ਲੜ ਰਹੇ ਨੇ। ਮੈਂ ਨਾਮ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਦਪਿੰਦਰ ਸਰਾਂ ਜੀ। ਮੈਨੂੰ ਜ਼ਿਆਦਾ ਇੰਟਰੋਡਕਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ, ਇੱਕ ਤਾਂ ਇੰਟਰੋਡਕਸ਼ਨ ਆਪੇ ਦੇਣਗੇ, ਬਾਕੀ ਕਾਫੀ ਜ਼ਿਆਦਾ ਇੰਪੋਰਟੈਂਟ ਤੇ ਇਨਫਲੂਐਂਸ਼ੀਅਲ ਪਰਸਨੈਲਿਟੀ ਨੇ ਮੇਰੇ ਖਿਆਲ ਦੇ ਵਿੱਚ ਇਲਾਕੇ ਦੇ। ਪਹਿਲਾਂ ਵੀ ਕਈ ਵਾਰ ਸਟੂਡੀਓ ਦੇ ਵਿੱਚ ਆ ਚੁੱਕੇ ਨੇ। ਸੋ ਇਹਨਾਂ ਬਾਰੇ ਬਹੁਤੀ ਜ਼ਿਆਦਾ ਇੰਟਰੋਡਕਸ਼ਨ ਦੀ ਮੈਨੂੰ ਜ਼ਰੂਰਤ ਨਹੀਂ ਹੈ। ਜਸਬੀਰ ਨਰਵਾਲ ਜੀ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਹੈ ਕਿ ਇਹਨਾਂ ਦਾ ਪ੍ਰੋਫਾਈਲ ਪੜ੍ਹਦਿਆਂ ਬਿਲਕੁਲ ਸੇਮ ਐਜੂਕੇਸ਼ਨ ਮੇਰੀ ਵੀ ਹੋਈ ਹੈ, MA ਸਾਈਕੋਲੋਜੀ ਤੇ MA ਐਜੂਕੇਸ਼ਨ। ਸੋ ਮੇਰਾ ਫੀਲਡ ਵੀ ਐਜੂਕੇਸ਼ਨ ਦਾ। ਸੋ ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਜਿਹਦੇ ਪ੍ਰੋਗਰਾਮ ਦੇ ਬਾਰੇ ਦੇ ਵਿੱਚ, ਕਿਉਂਕਿ ਆਮ ਤੌਰ 'ਤੇ ਰਾਜਨੀਤਿਕ ਮੁੱਦਿਆਂ ਦੇ ਬਾਰੇ 'ਚ ਗੱਲ ਕਰਦੇ ਹਾਂ ਤਾਂ ਬੋਰ ਵੀ ਹੋ ਜਾਂਦੇ ਹਾਂ ਤੇ ਕਦੇ ਕਦੇ ਲੱਗਦਾ ਵੀ ਆਪਦੇ ਜਿਹੜਾ ਦਿਲ ਦੇ ਕਰੀਬ ਮੁੱਦਾ ਹੋਵੇ ਉਹਦੇ 'ਤੇ ਵੀ ਗੱਲ ਹੋਣੀ ਚਾਹੀਦੀ। ਸੋ ਕੋਇਨਸੀਡੈਂਟਲੀ ਅੱਜ ਮੇਰੇ ਆਫਿਸ ਦੇ ਵਿੱਚ ਨੇ।
ਸੋ ਸਭ ਤੋਂ ਪਹਿਲਾਂ ਦੁਪਿੰਦਰ ਸਰਾਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰੇਡੀਓ ਇੰਡੀਆ ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਦੋਸਤੋ ਇਸ ਦੇ ਨਾਲ ਜਸਵੀਰ ਨਰਵਾਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ ਗੌਰਵ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਰੇਡੀਓ ਇੰਡੀਆ ਦਾ ਬਹੁਤ-ਬਹੁਤ ਧੰਨਵਾਦ ਅਤੇ ਸਰਦਾਰ ਮਨਿੰਦਰ ਸਿੰਘ ਗਿੱਲ ਜਿਹੜੇ ਇਹਦੀ ਰੂਹੇ ਰਵਾਂ ਆ ਰੇਡੀਓ ਇੰਡੀਆ ਦੀ, ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ। ਸੋ ਦੋਸਤੋ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਜਦੋਂ ਅੱਜ ਦਾ ਟੌਪਿਕ ਪਤਾ ਲੱਗਿਆ ਕਿ ਇਹਨਾਂ ਦੋਨਾਂ ਸ਼ਖਸੀਅਤਾਂ ਨੇ ਆਉਣਾ ਤੇ ਮੇਰੇ ਦਿਮਾਗ 'ਚ ਇੱਕ ਕਿਤਾਬ ਆਈ, ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇ। ਇਹਦਾ ਨਾਮ ਬੜਾ ਇਮੋਸ਼ਨਲ ਹੈ, ਬੱਚਿਆਂ ਨੂੰ ਉਹਦਾ ਦਿਲ ਆਪਣਾ ਮੈਂ, ਭਾਵੇਂ ਉਹ ਅਧਿਆਪਕ ਦੇ ਨਜ਼ਰੀਏ ਤੋਂ ਕਿਤਾਬ ਲਿਖੀ ਗਈ ਹੈ, ਪਰ ਜਿਹੜਾ ਸਕੂਲ ਟਰਸਟੀ ਦਾ ਜਾਂ ਸਕੂਲ ਦੀ ਮੈਨੇਜਮੈਂਟ ਜਾਂ ਪੂਰੇ ਐਜੂਕੇਸ਼ਨਲ ਸਿਸਟਮ ਦਾ ਪ੍ਰਬੰਧ ਵੇਖਣ ਦਾ ਕੰਮ ਹੁੰਦਾ, ਉਹ ਮੈਨੂੰ ਲੱਗਦਾ ਕਿ ਅਧਿਆਪਕ ਦੇ ਰੋਲ ਤੋਂ ਵੀ ਉੱਪਰ ਹੈ। ਸੋ ਬੱਚਿਆਂ ਨੂੰ ਦਿਲ ਆਪਣਾ ਇੱਕ ਰਸ਼ੀਅਨ ਫਿਲਾਸਫਰ ਨੇ, ਵੈਸਲੀ ਅਲੈਗਜ਼ੈਂਡਰੋਵਿਚ ਸੁਖੋਮਲਿੰਸਕੀ, ਮੇਰੇ ਫੇਵਰਿਟ ਨੇ। ਉਹ ਕਿਤਾਬ ਨੂੰ ਘੱਟੋ ਘੱਟ ਮੈਂ 5 ਵਾਰੀ ਪੜ੍ਹਿਆ। ਉਹਦੇ ਵਿੱਚ ਲਿਖਿਆ ਕਿ ਅਧਿਆਪਕ ਜਿਹੜਾ ਉਹਨੂੰ ਕਦੇ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਉਹ ਆਪ ਵੀ ਕਦੇ ਬੱਚਾ ਹੁੰਦਾ ਸੀ। ਸੋ ਬੱਚੇ ਦੇ ਨਜ਼ਰੀਏ ਤੋਂ ਦੁਨੀਆ ਵੇਖਣਾ ਤੇ ਬੱਚੇ ਦੀ ਦੁਨੀਆ ਨੂੰ ਸੋਹਣਾ ਬਣਾਉਣ ਵਾਸਤੇ ਅੱਜ ਦੋ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ। ਇਲੈਕਸ਼ਨ ਲੜਨਾ ਬੜੀ ਅਜੀਬ ਗੱਲ ਹੈ ਕਿ ਸਿੱਖਿਆ ਦੇ ਵਾਸਤੇ ਸਾਨੂੰ ਇਲੈਕਸ਼ਨ ਲੜਨੀ ਪੈਂਦੀ ਹੈ, ਪਰ ਇਹ ਸਿਸਟਮ ਹੈਗਾ, ਕਰੀਏ ਕੀ। ਸੋ ਸਭ ਤੋਂ ਪਹਿਲਾਂ ਮੈਂ ਦੁਪਿੰਦਰ ਸਰਾਂ ਜੀ ਤੁਹਾਡੇ ਤੋਂ ਜਾਣਨਾ ਚਾਹੂੰਗਾ, ਜਿਵੇਂ ਤੁਹਾਡਾ ਜਿਹੜਾ ਪ੍ਰੋਫੈਸ਼ਨ ਆ ਉਹ ਨਰਸਿੰਗ ਦੇ ਨਾਲ ਵੀ ਜੁੜਿਆ ਹੋਇਆ ਹੈ, ਕਮਿਊਨਿਟੀ ਸਰਵਿਸਿਜ਼ ਦੇ ਨਾਲ ਵੀ ਤੁਸੀਂ ਜੁੜੇ ਹੋਏ ਹੋ। ਤੁਹਾਡੇ ਪ੍ਰੋਫਾਈਲ ਦੇ ਵਿੱਚ ਮੈਂ ਪੜ੍ਹ ਰਿਹਾ ਸੀ ਕਿ ਵਨ ਵੌਇਸ ਅਵੇਅਰਨੈਸ ਐਂਡ ਐਡਵੋਕੇਟ, ਉਹਦੇ ਤੁਸੀਂ ਇੱਕ ਸੰਸਥਾ ਬਣਾਈ ਹੈ, ਉਹਦੇ ਵਿੱਚ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਵੀ ਹੈਲਪ ਕਰਦੇ ਹੋ। ਸੋ ਮੈਨੂੰ ਇਹਦਾ ਕਾਰਨ ਦੱਸੋ ਕਿ ਤੁਸੀਂ ਇਸ ਚੋਣ ਨੂੰ ਕਿਉਂ ਲੜ ਰਹੇ ਹੋ, ਇਹਦਾ ਰੀਜ਼ਨ ਕੀ ਹੈ? ਹਾਂਜੀ, ਸੋ ਰੀਜ਼ਨ ਇਹੀ ਆ ਕਿ ਇੱਕ ਤਾਂ ਤੁਸੀਂ ਜਾਣਦੇ ਹੋ ਮੈਂ ਰਜਿਸਟਰਡ ਨਰਸ ਹੈਗੀ ਆ, ਸੋ ਪਹਿਲਾਂ ਹੀ ਲਗਾ ਹੈਗਾ ਵੀ ਮੈਂ ਲੋਕਾਂ ਦੀ ਮਦਦ ਕਰਾਂ, ਇਹ ਮੇਰਾ ਪੈਸ਼ਨ ਹੈਗਾ। ਐਂਡ ਆਲਸੋ ਦੂਸਰੀ ਗੱਲ ਇਹ ਹੈ, ਜਦੋਂ ਆਪਾਂ ਕਮਿਊਨਿਟੀ ਵਰਕ ਕਰਦੇ ਹੁੰਦੇ ਆ ਬਾਹਰ, ਆਪਾਂ ਨੂੰ ਹੋਰ ਵੀ ਨੌਲੇਜ ਤੇ ਐਕਸਪੀਰੀਅੰਸ ਹੋ ਜਾਂਦਾ ਕਿ ਕੀ ਮੁੱਦੇ ਹੈਗੇ ਨੇ, ਕਿਹੜੇ ਗੈਪਸ ਹੈਗੇ ਨੇ ਸਿਸਟਮ ਦੇ ਵਿੱਚ, ਐਂਡ ਕਿਸ ਲੋਟ ਆਪਾਂ ਸੋਲੂਸ਼ਨਸ ਲੈ ਕੇ ਆ ਸਕਦੇ ਆ ਐਜ਼ ਅ ਕਮਿਊਨਿਟੀ। ਸੋ ਬੇਸਿਕਲੀ ਮੇਰਾ ਰਨ ਕਰਨ ਦਾ ਰੀਜ਼ਨ ਇਹੀ ਹੈ ਕਿ ਕਮਿਊਨਿਟੀ ਦੇ ਵਿੱਚ ਮੈਂਬਰਸ ਕਹਿ ਰਹੇ ਨੇ ਕਿ ਤੁਹਾਡੇ ਵਰਗੇ ਲੋਕ ਅੱਗੇ ਆਉਣ ਜਿਹੜੇ ਕਿ ਆਲਰੇਡੀ ਨੌਲੇਜੇਬਲ ਵੀ ਹੈਗੇ ਨੇ ਇਨ ਕਿਸੇ ਏਰੀਆ 'ਚ ਜੋ ਲੋੜ ਹੈਗੀ ਆ। ਐਂਡ ਸੈਕੰਡਲੀ ਇਹ ਵੀ ਆ ਕਿ ਜਿਹੜੇ ਕਹਿ ਲਓ ਵੀ ਜਦੋਂ ਆਪਾਂ ਇਲੈਕਸ਼ਨ ਰਨ ਕਰਨੀ ਆ, ਮੇਰੇ ਖੁਦ ਦਾ ਬੇਟਾ ਹੈਗਾ ਸਕੂਲ ਸਿਸਟਮ ਦੇ ਵਿੱਚ, ਮੈਂ ਇੱਥੋਂ ਦੀ ਜੰਮਪਲ ਹੈਗੀ ਆ, ਮੈਂ ਖੁਦ ਸਕੂਲ ਸਿਸਟਮ 'ਚੋਂ ਇੱਥੋਂ ਲੰਘੀ ਹੈਗੀ ਆ, ਪਬਲਿਕ ਸਕੂਲ ਸਿਸਟਮ 'ਚੋਂ। ਸੋ ਮੈਂ ਸਰੀ 'ਚ ਬਿਗਿਨਿੰਗ ਤੋਂ ਆ, ਮੈਂ ਦੇਖ ਰਹੀ ਹਾਂ ਸਰੀ ਕਿਸ ਲੋੜ ਡਿਵੈਲਪ ਹੋ ਰਿਹਾ ਹੈਗਾ, ਐਂਡ ਜੋ ਵੀ ਚੀਜ਼ਾਂ ਦੀ ਅੱਗੇ ਲੋੜ ਸੀ ਤੇ ਹੁਣ ਕੀ ਲੋੜ ਹੈਗੀ ਆ। ਸੋ ਉਹ ਜਿਹੜੀਆਂ ਚੀਜ਼ਾਂ ਲੈ ਕੇ ਐਕਸਪੀਰੀਅੰਸ ਜੋ ਤੁਹਾਡਾ ਬਿਲਡ ਹੋ ਜਾਂਦਾ ਨਾ, ਐਂਡ ਨਰਸਿੰਗ ਤੌਰ ਤੇ ਅਸੈਸਮੈਂਟਸ ਕਰਦੇ ਆ ਅਸੀਂ, ਤਾਂ ਉਹਦੇ ਨਾਲ ਤੁਹਾਨੂੰ ਅਵੇਅਰਨੈਸ ਹੋ ਜਾਂਦੀ ਹੈ ਵੀ ਕੀ ਚੀਜ਼ਾਂ ਲੋੜ ਆ, ਐਂਡ ਕਿੱਥੋਂ ਸੋਲੂਸ਼ਨਸ ਆਪਾਂ ਲੱਭ ਸਕਦੇ ਹਾਂ, ਕਿਹੜੇ ਸੋਲੂਸ਼ਨਸ ਕੰਪਰੋਮਾਈਜ਼ ਹੋ ਸਕਦੇ ਆ ਵਿਦ ਗਵਰਨਮੈਂਟ, ਵਿਦ ਪੇਰੈਂਟਸ, ਸਟਾਫ, ਜੋ ਵੀ ਕੰਸਰਨਸ ਕਮਿਊਨਿਟੀ ਵੱਲੋਂ ਆ ਰਹੇ ਨੇ। ਜੀ, ਇਸ ਤੋਂ ਬਿਨਾਂ ਇੱਕ ਗੱਲ ਹੋਰ ਮੈਨੂੰ ਜ਼ਰੂਰ ਤੁਸੀਂ ਦੱਸੋ, ਸਾਰੇ ਸਰੋਤੇ ਵੀ ਜਾਣਨਾ ਚਾਹਣਗੇ। ਇਸ ਤੋਂ ਪਹਿਲਾਂ ਤੁਸੀਂ ਕਦੇ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਕੋਈ ਇਲੈਕਸ਼ਨ ਲੜੀ ਹੋਵੇ ਜਾਂ ਕਿਸੇ ਪੋਲੀਟੀਕਲ ਪੋਸਟ ਲਈ ਇਲੈਕਸ਼ਨ ਲੜੀ ਹੋਵੇ? ਥੋੜੀ ਜਿਹੀ ਬੈਕਗਰਾਉਂਡ ਹੋਰ ਦੱਸੋ। ਹਾਂਜੀ, ਸੋ ਮੈਂ ਅੱਗੇ 2018 ਚ ਇਲੈਕਸ਼ਨ ਲਈ ਖੜੀ ਸੀ ਸੇਮ ਸਕੂਲ ਟਰਸਟੀ ਵਾਸਤੇ ਇੱਥੇ ਸਰੀ ਦੇ ਵਿੱਚ ਜੀ, ਐਂਡ ਵੈਸੇ ਮੈਂ ਵਾਈਸ ਚੇਅਰ ਸਰੀ ਲਾਇਬ੍ਰੇਰੀਜ਼ ਦੇ ਉੱਪਰ ਬੈਠੀ ਹੈਗੀ ਹਾਂ, ਬੋਰਡ ਦੇ ਉੱਪਰ ਜੀ। ਐਂਡ ਜਿਸ ਲੋਕ ਤੁਸੀਂ ਕਿਹਾ ਵੀ ਕਮਿਊਨਿਟੀ ਵਰਕ ਦੇ ਵਿੱਚ ਕਾਫੀ ਕੋਲੈਬੋਰੇਸ਼ਨ ਹੈਗਾ ਮੇਰਾ ਲੋਕਾਂ ਦੇ ਨਾਲ, ਡਿਫਰੈਂਟ ਆਰਗੇਨਾਈਜੇਸ਼ਨਸ ਤਰ੍ਹਾਂ ਦੀਆਂ। ਸੋ ਅਦਰ ਦੈਨ ਦੈਟ ਮੈਂ ਜਿਵੇਂ ਕਹਿ ਲਓ ਵੀ ਪੋਲੀਟੀਕਲ ਫੀਲਡ ਦੇ ਵਿੱਚ ਇਹ ਮੇਰਾ ਸੈਕੰਡ ਰਨ ਹੈਗਾ ਜੀ, ਐਂਡ ਹੋਪਫੁਲੀ ਇਸ ਵਾਰ ਅਸੀਂ ਉਮੀਦਵਾਰ ਹੋਵਾਂਗੇ ਜੀ। ਸੋ ਇਸ ਵਿਸ਼ੇ ਦੇ ਇੱਕ ਸਵਾਲ ਤੁਹਾਨੂੰ ਐਂਡ ਦੇ ਵਿੱਚ ਪੁੱਛੂੰਗਾ ਕਿ ਵੀ ਪੋਲੀਟਿਕਸ ਇਹਦੇ ਨਾਲ ਕਿਵੇਂ ਜੁੜਦੀ ਹੈ। ਉਹਦਾ ਇੱਕ ਕਾਰਨ ਹੈ, ਮੈਂ ਜਿਵੇਂ ਜਸਵੀਰ ਨਰਵਾਲ ਜੀ ਨੂੰ ਦੱਸਿਆ ਕਿ ਇੱਕ ਤਾਂ ਮੈਂ ਨਵਾਂ ਹੈਗਾ, ਸੋ ਮੈਨੂੰ ਰਿਲੇਟ ਕਰਨਾ ਹਾਲੇ ਵੀ ਔਖਾ ਲੱਗ ਰਿਹਾ ਕਿ ਪੋਲੀਟਿਕਸ ਦਾ ਤੇ ਐਜੂਕੇਸ਼ਨ ਦਾ ਕੀ ਸੰਬੰਧ ਹੈ। ਸੋ ਇਹਨੂੰ ਮੈਂ ਐਂਡ 'ਚ ਜ਼ਰੂਰ ਇੱਕ ਵਾਰੀ ਪੁੱਛਾਂਗਾ। ਸੋ ਜਸਵੀਰ ਨਰਵਾਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਤੁਹਾਡੀ ਬੈਕਗਰਾਉਂਡ ਮੈਂ ਦੱਸ ਚੁੱਕਿਆ ਬਰੀਫ ਦੇ ਵਿੱਚ ਕਿ MA ਸਾਈਕੋਲੋਜੀ ਤੇ MA ਐਜੂਕੇਸ਼ਨ। ਇਹੋ ਜਿਹਾ ਜੇਕਰ ਕੋਈ ਟਰਸਟੀ ਹੋਵੇ ਤਾਂ ਫਿਰ ਕਿਆ ਬਾਤਾਂ ਨੇ। ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਸਵਾਲ ਮੈਂ ਪੁੱਛਣਾ ਚਾਹੁੰਦਾ, ਆਪਣੀ ਬੈਕਗਰਾਉਂਡ ਤੋਂ ਤੁਸੀਂ ਦੱਸੋਗੇ, ਉਸ ਤੋਂ ਬਿਨਾਂ ਜਿਹੜਾ ਕਰੰਟ ਸਿਸਟਮ ਹੈਗਾ, ਜਿਹੜੀ ਆਪਾਂ ਪੁਰਾਣੇ ਬੋਰਡ ਦੀ ਗੱਲਬਾਤ ਕਰ ਰਹੇ ਹਾਂ, ਉਹਦੇ ਵਿੱਚ ਕੀ ਐਸੀਆਂ ਖਾਮੀਆਂ ਨੇ ਜਿਹਦੇ 'ਚ ਤੁਹਾਨੂੰ ਲੱਗਿਆ ਕਿ ਯੂ ਆਰ ਦਾ ਬੈਸਟ ਫਿਟ ਕਿ ਤੁਹਾਨੂੰ ਇਹ ਇਲੈਕਸ਼ਨ ਲੜਨੀ ਚਾਹੀਦੀ ਹੈ? ਆਪਦੀ ਇੰਟਰੋਡਕਸ਼ਨ ਤੋਂ ਬਾਅਦ ਇਸ ਸਵਾਲ ਦਾ ਵੀ ਜਵਾਬ ਦਿਓ। ਥੈਂਕ ਯੂ ਗੌਰਵ ਜੀ। ਸਭ ਤੋਂ ਪਹਿਲਾਂ ਤਾਂ ਮੇਰੀ ਬਰੀਫ ਇੰਟਰੋਡਕਸ਼ਨ ਇਹ ਆ ਕਿ ਮੈਂ ਅੱਜ ਤੋਂ ਕੋਈ 15 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਪੁਆਇੰਟ ਸਿਸਟਮ ਤੇ ਆਇਆ ਸੀ ਜੀ, ਅਤੇ ਉਹ ਤੋਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਜਿਹੜਾ ਵਿੱਦਿਆ ਦੇ ਨਾਲ ਹੀ ਜੁੜਿਆ ਰਿਹਾ ਆ ਜੀ। ਮੈਂ ਪੰਜਾਬ ਗਵਰਨਮੈਂਟ ਦੇ ਵਿੱਚ ਇੰਡੀਆ ਦੇ ਵਿੱਚ ਆਪਣੀ ਪੰਜਾਬ ਯੂਨੀਵਰਸਿਟੀ ਤੋਂ
ਸਾਈਕੋਲੋਜੀ ਦੀ ਮਾਸਟਰਸ ਕਰਕੇ B.Ed M.Ed ਕਰਕੇ ਤੇ ਅਡਲਟ ਐਜੂਕੇਸ਼ਨ ਤੇ ਡਾਕਟਰੇਟ ਕੀਤੀ ਸੀ ਜੀ ਤੇ ਉਹ ਤੋਂ ਬਾਅਦ ਮੈਂ ਬਤੌਰ ਲੈਕਚਰਰ ਕੰਮ ਕੀਤਾ 10 ਸਾਲ ਜੀ ਤੇ ਉਹ 10 ਸਾਲ ਤੋਂ ਬਾਅਦ ਫਿਰ ਮੈਨੂੰ ਐਡਮਿਨਿਸਟ੍ਰੇਸ਼ਨ ਕਰਨ ਦਾ ਮੌਕਾ ਮਿਲਿਆ ਟੀਚਰ ਟ੍ਰੇਨਿੰਗ ਸੈਂਟਰ ਦੇ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰਨ ਦਾ ਵੀ ਜੀ ਤੇ ਫਿਰ ਮੈਂ ਪੁਆਇੰਟ ਸਿਸਟਮ ਤੇ ਇੱਕ ਐਜੂਕੇਸ਼ਨਿਸਟ ਤੌਰ ਤੇ ਇੱਥੇ ਆਇਆ ਸੀ ਜੀ ਉਹ ਤੋਂ ਬਾਅਦ ਮੈਨੂੰ ਆਪਣੇ ਕੰਮ ਲਈ ਰੋਟੀ ਰੋਜੀ ਲਈ ਮੈਂ ਜਿਹੜੀ ਸਰਟੀਫਿਕੇਸ਼ਨ ਲਈ ਉਹ ਵੈਸ ਦੁਆਰਾ ਆਪਣੇ ਸਰਟੀਫਿਕੇਟ ਜਿਹੜੇ ਆ ਐਕਰੀਡੇਟ ਕਰਾ ਕੇ ਜੀ ਤੇ ਮੈਂ ਸਟਬਕ ਦਾ ਐਗਜ਼ਾਮ ਲਿਖਿਆ ਤੇ ਉਹ ਤੋਂ ਬਾਅਦ ਆਈ ਬਿਕੇਮ ਸਰਟੀਫਾਈਡ ਕੋਰਟ ਇੰਟਰਪ੍ਰੈਟਰ ਐਂਡ ਟਰਾਂਸਲੇਟਰ ਤੇ ਇਹਦੇ ਨਾਲ ਮੈਂ ਮੀਡੀਆ ਨਾਲ ਜੁੜਿਆ ਰਿਹਾ ਮੈਂ ਇੱਕ ਬੜਾ ਪਪੂਲਰ ਪ੍ਰੋਗਰਾਮ ਸ਼ੁਰੂ ਕੀਤਾ ਕੈਨੇਡੀਅਨ ਵੈਲਿਊਜ਼ ਨੂੰ ਲੈ ਕੇ ਜੋਏ ਟੀਵੀ ਤੇ ਸਾਡੀ ਬੋਲੀ ਸਾਡਾ ਵਿਰਸਾ ਜੀ ਉਹ 'ਚ ਖਾਸ ਤੌਰ ਤੇ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ ਜਿਹਦੇ ਵਿੱਚ ਵਿੱਦਿਆ ਦੀ ਗੁਣਾਂ ਦੀ ਗਿਆਨ ਦੀ ਮਹੱਤਤਾ ਬਾਰੇ ਉਹ ਮੇਰਾ ਫੋਕਸ ਸੀਗਾ ਜੀ ਤੇ ਇਹਦੇ ਨਾਲ ਹੀ ਮੈਂ ਬੜੇ ਲਾਗਿਓਂ ਜਿਹੜਾ ਖਾਸ ਤੌਰ ਤੇ ਕਮਿਊਨਿਟੀ ਨਾਲ ਜੁੜ ਕੇ ਕਿਉਂਕਿ ਜਿਹੜੀਆਂ ਇੰਟਰਵਿਊਜ਼ ਆ ਜਾਂ ਜਿਹੜਾ ਕਮਿਊਨਿਟੀ ਦਾ ਫੀਡਬੈਕ ਸੀ ਉਹ ਜਦੋਂ ਮੈਨੂੰ ਫੀਲਡ 'ਚ ਆਉਂਦਾ ਸੀ ਮੈਂ ਦੇਖਿਆ ਕਿ ਇੱਥੇ ਜਿਹੜਾ ਖਾਸ ਤੌਰ ਤੇ ਸਰੀ ਦੇ ਵਿੱਚ ਜਿਹੜਾ ਸਾਡਾ ਸਕੂਲ ਸਿਸਟਮ ਆ ਕਿਉਂਕਿ ਮੈਂ ਸਕੂਲ ਸਿਸਟਮ ਨਾਲ ਜੁੜਿਆ ਸੀ ਬੜੇ ਲਾਗਿਓਂ ਬਤੌਰ ਟੀਚਰ ਵੀ ਤੇ ਬਤੌਰ ਐਡਮਿਨਿਸਟ੍ਰੇਟਰ ਵੀ ਜੀ ਤੇ ਮੈਂ ਇੱਥੇ ਦੇਖਿਆ ਕਿ ਅਸੀਂ ਉੱਥੋਂ ਜਿਹੜਾ ਇੰਡੀਆ ਤੋਂ ਆਉਂਦੇ ਆ ਲਗਭਗ ਸਾਰੇ ਹੀ ਬੈਟਰ ਲਾਈਫ ਲਈ ਆਉਂਦੇ ਆ ਬਿਲਕੁਲ ਤੇ ਬੈਟਰ ਲਾਈਫ ਖਾਸ ਤੌਰ ਤੇ ਆਪਣੇ ਬੱਚਿਆਂ ਦੀ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਚੰਗੇ ਐਜੂਕੇਟ ਹੋਣ ਔਰ ਇੱਕ ਚੰਗੇ ਮਾਹੌਲ ਦੇ ਵਿੱਚ ਚੰਗੇ ਇੱਕ ਸੱਭਿਆਚਾਰ ਦੇ ਵਿੱਚ ਚੰਗੇ ਇੱਕ ਮਾਸ਼ਰੇ ਦੇ ਵਿੱਚ ਉਹ ਆਪਣੀ ਜਿਹੜੀ ਸੋਹਣੀ ਜੀਵਨ ਜਾਚ ਦੇ ਨਾਲ ਰਹਿ ਸਕਣ ਸੋ ਇੱਥੇ ਆ ਕੇ ਮੈਂ ਇਹ ਗੱਲ ਦੇਖੀ ਕਿ ਅਨਫੋਰਚੂਨੇਟਲੀ ਜਦੋਂ ਮੈਂ ਇਹਨੂੰ ਲਾਗਿਓਂ ਦੇਖਿਆ ਤੇ ਇੱਥੇ ਜਿਹੜਾ ਸਾਰਾ ਐਡਮਿਨਿਸਟ੍ਰੇਸ਼ਨ ਆ ਜਿੱਦਾਂ ਸਾਡੇ ਉੱਥੇ ਐਡਮਿਨਿਸਟ੍ਰੇਸ਼ਨ ਜਿਹੜਾ ਗਵਰਨਮੈਂਟ ਜੌਬ ਦੇ ਵਿੱਚ ਐਡਮਿਨਿਸਟ੍ਰੇਸ਼ਨ ਆ ਉਹ ਲੋਕਲ ਐਡਮਿਨਿਸਟ੍ਰੇਸ਼ਨ ਘੱਟ ਹੁੰਦਾ ਉਹਦੇ ਵਿੱਚ ਜਿਹੜਾ ਗਵਰਨਮੈਂਟ ਦੁਆਰਾ ਜ਼ਿਆਦਾ ਹੁੰਦਾ ਇੱਥੇ ਗਵਰਨਮੈਂਟ ਵੀ ਉਹਨੂੰ ਮੈਨੇਜ ਕਰਦੀ ਆ ਤੇ ਇੱਥੇ ਲੋਕਲ ਬੋਰਡ ਹੁੰਦਾ ਲੋਕਲ ਜਿਹੜੇ ਸਕੂਲ ਟਰਸਟੀਜ਼ ਹੁੰਦੇ ਆ ਜਿਹੜੇ ਉਹਨੂੰ ਰਨ ਕਰਦੇ ਆ ਉਹਨੂੰ ਮੈਨੇਜ ਕਰਦੇ ਆ ਔਰ ਉਹ ਜੋ ਵੀ ਕਮਿਊਨਿਟੀ ਦੀ ਫੀਡਬੈਕ ਆਉਂਦੀ ਆ ਉਹਨੂੰ ਗਾਂਹ ਲੈ ਕੇ ਜਾਂਦੇ ਆ ਬਿਲਕੁਲ ਅੱਛਾ ਉਹਦੇ ਵਿੱਚ ਮੈਂ ਇਹ ਗੱਲ ਦੇਖੀ ਖਾਸ ਤੌਰ ਤੇ ਗੌਰਵ ਜੀ ਕਿ ਇੱਥੇ ਜਿਹੜਾ ਪਿਛਲੀ ਜਿਹੜੇ ਸਕੂਲ ਟਰਸਟੀਜ਼ ਆ ਹਾਂਜੀ ਉਹ ਪਿਛਲੇ 12 ਸਾਲ ਤੋਂ 3 ਟਰਮਾਂ ਤੋਂ ਉਹੋ ਹੀ ਬਣੀ ਜਾ ਰਿਹਾ ਅੱਛਾ ਜੀ ਤਾਂ ਉਹ ਜਿਹੜੀ 12 ਸਾਲ ਦੀ ਸਲੇਟ ਬਣੀ ਆ ਉਹ ਸਲੇਟ ਦੇ ਵਿੱਚ ਬਿਲਕੁਲ ਇੱਕ ਨੰਬਰ ਤੇ ਤਾਂ ਡਾਇਵਰਸਿਟੀ ਕੋਈ ਨਹੀਂ ਗੀ ਜੀ ਇਹ ਜਿਹੜਾ ਸਰੀ ਆ ਇਹ ਚ ਘੱਟੋ ਘੱਟ 80,000 ਬੱਚਾ ਆ ਪੜ੍ਹਦਾ ਜੇ ਚ ਲਗਭਗ 60-65,000 ਬੱਚਾ ਸਾਡਾ ਆ ਬਿਲਕੁਲ ਤੇ ਉਹ ਜਿਹੜਾ ਸਕੂਲ ਬੋਰਡ ਆ ਉਹ ਚ ਸਾਡੀ ਰਿਪਰੈਜ਼ੈਂਟੇਸ਼ਨ ਬਿਲਕੁਲ ਹੀ ਨਾ ਦੇ ਬਰਾਬਰ ਆ ਔਰ ਜਿਹੜੇ ਸਾਡੇ ਇਸ਼ੂ ਆ ਕਲਚਰਲੀ ਸਾਡੇ ਬੱਚਿਆਂ ਨੂੰ ਕੀ ਸਮੱਸਿਆਵਾਂ ਸਾਡੇ ਬੱਚਿਆਂ ਦੇ ਕੀ ਇਸ਼ੂ ਆ ਕੀ ਹੋ ਰਿਹਾ ਆ ਉਹ ਕਮਿਊਨਿਟੀ ਨੂੰ ਬਿਲਕੁਲ ਹੀ ਇਦਾਂ ਕਮਿਊਨਿਟੀ ਇੱਕ ਨਾ ਨੈਗਲੈਕਟ ਮਹਿਸੂਸ ਕਰ ਰਹੀ ਆ ਕਿਉਂਕਿ ਉਹਨਾਂ ਦੇ ਮਨ 'ਚ ਇਹ ਗੱਲ ਆ ਗਈ ਆ ਕਿ ਇਹ ਜਿਹੜਾ ਜਿੱਦਾਂ ਵੀ ਚੱਲਦਾ ਅਸੀਂ ਇਹਦੇ ਪਾਰਟਿਸਪੈਂਟ ਜਾਂ ਇਹਦੇ ਪਾਰਟਨਰ ਨਹੀਂਗੇ ਜਦ ਕਿ ਅਸੀਂ ਸਾਰੇ ਟੈਕਸ ਪੇਅਰ ਵਾਂ ਜਾਂ ਸਾਰੀ ਕਮਿਊਨਿਟੀ ਦੇ ਸਿਰ ਤੇ ਹੀ ਇਹ ਸਿਸਟਮ ਚੱਲਦਾ ਹੈ ਜੀ ਔਰ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਪਿਛਲੇ 10 ਸਾਲ ਬਾਅਦ ਜਿਹੜਾ ਲਗਾਤਾਰ ਇਹ ਬੋਰਡ ਦੀ ਟਰਮ ਦੇ ਦੌਰਾਨ ਸਾਡੇ ਜਿਹੜੇ ਪਬਲਿਕ ਸਕੂਲ ਆ ਉਹਨਾਂ ਦੇ ਵਿੱਚ ਬੇਤਹਾਸ਼ਾ ਡਰੱਗਸ ਵੱਧ ਗਈ ਜੀ ਬਹੁਤ ਵੱਡੀ ਮਾਤਰਾ 'ਚ ਔਰ ਉਹ 'ਚ ਸਾਡੇ ਨਿਆਣੇ ਉਹ ਡਰੱਗ ਦੇ ਸ਼ਿਕਾਰ ਹੋਏ ਜੀ ਉਹਦੇ ਵਿੱਚ ਜਿਹੜੇ ਗੈਂਗ ਵਾਇਲੈਂਸ ਜਿਹੜਾ ਵੱਧ ਗਿਆ ਬਹੁਤ ਜੀ ਵੱਡੀ ਮਾਤਰਾ 'ਚ ਸਾਡੇ ਨਿਆਣੇ ਉਹਦੇ ਸ਼ਿਕਾਰ ਬਣੇ ਉਹਦੇ ਵਿੱਚ ਬੁਲੀਇੰਗ ਬਹੁਤ ਵੱਧ ਗਈ ਔਰ ਜਿਹੜਾ ਉਹਨੂੰ ਖਾਸ ਤੌਰ ਤੇ ਸਫਰ ਕਰ ਰਿਹਾ ਉਹ ਸਾਡੀ ਸਾਊਥ ਏਸ਼ੀਅਨ ਪੰਜਾਬੀ ਕਮਿਊਨਿਟੀ ਦੇ ਬੱਚੇ ਕਰ ਰਹੇ ਜੀ ਸੋ ਇਹ ਜਿਹੜੀ ਇਹਨਾਂ 10-12 ਸਾਲਾਂ ਦੇ ਵਿੱਚ ਸਾਡੀ ਕਮਿਊਨਿਟੀ ਦੇ ਬੱਚੇ ਇੰਨੇ ਜ਼ਿਆਦਾ ਸਫਰ ਕਰ ਰਹੇ ਔਰ ਉਹਨਾਂ ਦੇ ਇਸ਼ੂ ਸਿਸਟਮ ਦੇ ਵਿੱਚ ਔਰ ਉਹਨਾਂ ਨੂੰ ਜਿਨ੍ਹਾਂ ਨੂੰ ਇੱਕ ਕਾਉਂਸਲਿੰਗ ਚਾਹੀਦੀ ਸੀ ਇੱਕ ਸਪੋਰਟ ਚਾਹੀਦੀ ਸੀ ਉਹ ਇੱਕ ਸਟ੍ਰੈਸ ਮੈਨੇਜਮੈਂਟ ਲਈ ਉਹਨਾਂ ਨੂੰ ਕੋਈ ਟੂਲਸ ਦੇਣੇ ਚਾਹੀਦੇ ਸੀ ਜੀ ਬਜਾਏ ਇਹਦੇ ਅਸੀਂ ਉਹਨੂੰ ਸੋਚਣ ਲੱਗ ਪਏ ਵੀ ਇਹਦਾ ਜਿਹੜਾ ਹੈਗਾ ਆ ਜਾਂ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਆ ਇਹਦੇ ਤਾਂ ਜਿਹੜੇ ਡਰੱਗ ਜਾਂ ਗੈਂਗ ਵਾਇਲੈਂਸ ਦੇ ਵਿੱਚ ਜਿਹੜੇ ਆ ਨਾ ਦੇਖੋ ਜੀ ਇਹਦੇ ਪੇਰੈਂਟ ਲੈਂਦੇ ਨੇ ਇੰਟਰਸਟ ਨਹੀਂ ਲੈਂਦੇ ਨਿਆਣਿਆਂ 'ਚ ਇਹ ਸੁਣਨ ਨੂੰ ਮਿਲਦਾ ਰਿਹਾ ਜਦ ਕਿ ਪੇਰੈਂਟਸ ਦਾ ਜੀ ਕਰਦਾ ਪੇਰੈਂਟਸ ਉਦਾਂ ਹੀ ਸਿਸਟਮੋਂ ਬਾਹਰ ਕਰ ਦਿੱਤੇ ਆ ਸੋ ਇਹ ਜਿੰਨਾ ਦਪਿੰਦਰ ਹੁਣੀ ਦੱਸਿਆ ਅਸੀਂ ਇਹਦੇ ਲਈ ਪੈਸ਼ਨੇਟ ਹਾਂ ਜੀ ਔਰ ਇਹ ਜਿਹੜੀ ਸਾਡੀ ਸਲੇਟ ਵੀ ਆ ਤੁਸੀਂ ਦੇਖੋਗੇ ਪੇਰੈਂਟ ਵੌਇਸ ਵੀ ਸੀ ਸੋ ਅਸੀਂ ਇੱਕ ਆਵਾਜ਼ ਦਿੱਤੀ ਆ ਸਾਰੇ ਮਾਪਿਆਂ ਨੂੰ ਬੱਚਿਆਂ ਨੂੰ ਤੁਹਾਡੇ ਸਕੂਲ ਆ ਸਕੂਲ ਸਾਂਭੋ ਜੀ ਜੇ ਤੁਸੀਂ ਇੰਟਰਸਟ ਲਓਗੇ
ਅਸੀਂ ਤੁਹਾਡੇ ਬਿਹਾਫ ਤੇ ਲੜਨ ਨੂੰ ਤਿਆਰ ਹਾਂ। ਬਿਲਕੁਲ, ਮੈਂ ਤੁਹਾਨੂੰ ਖਾਸ ਤੌਰ ਤੇ ਜਿਹੜਾ ਇਹ ਸਵਾਲ ਪੁੱਛਣਾ ਸੀ ਕਿ ਤੁਹਾਡੀ ਜਿਹੜੀ ਸਲੇਟ ਪੇਰੈਂਟਸ ਵੌਇਸ ਹੈ ਇਹਦਾ ਜਿਹੜਾ ਉੱਪਰ ਮੋਟੋ ਲਿਖਿਆ ਹੋਇਆ ਕਿ ਲੈਟਸ ਟੇਕ ਬੈਕ ਆਰ ਸਕੂਲਸ, ਇਹ ਜ਼ਰੂਰ ਪੁੱਛਣਾ ਸੀ। ਸੋ ਅਗਲਾ ਜਿਹੜਾ ਸਵਾਲ ਹੈ ਦਵਿੰਦਰ ਜੀ ਤੁਹਾਨੂੰ ਹੈਗਾ, ਜਿਵੇਂ ਜਸਵੀਰ ਜੀ ਨੇ ਦੱਸਿਆ, ਇਹਨਾਂ ਦੀ ਗੱਲਬਾਤ 'ਚੋਂ ਦੋ ਚੀਜ਼ਾਂ ਮੇਰੇ ਜ਼ਿਹਨ ਦੇ ਵਿੱਚ ਆਈਆਂ ਕਿ ਇੱਕ ਤਾਂ ਉਹ ਸਮੱਸਿਆਵਾਂ ਨੇ ਜਿਹੜੀਆਂ ਇਨਫਰਾਸਟ੍ਰਕਚਰਲ ਲੈਵਲ ਤੇ ਨੇ, ਦੂਸਰੀਆਂ ਆਪਾਂ ਕਹੀਏ ਕਿ ਟੀਚਿੰਗ, ਕੁਆਲਿਟੀ ਆਫ ਟੀਚਿੰਗ ਜਾਂ ਕੁਆਲਿਟੀ ਆਫ ਐਜੂਕੇਸ਼ਨ ਤੇ ਸੰਬੰਧਿਤ ਨੇ। ਸੋ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਤੁਹਾਡੀ ਪ੍ਰਾਇਓਰਿਟੀ ਕਿਹੜੀ ਹੋਊਗੀ? ਨੋ ਡਾਊਟ ਦੋਨੇ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ। ਪਹਿਲੇ ਆਧਾਰ ਤੇ ਤੁਸੀਂ ਕਿਹੜੀਆਂ ਚੀਜ਼ਾਂ ਤਜਵੀਜ਼ ਕਰਦੇ ਹੋ ਕਿ ਆਹ ਠੀਕ ਹੋਣਾ ਚਾਹੀਦਾ? ਹੁਣ ਜਦੋਂ ਆਪਾਂ ਗੱਲ ਕਰਦੇ ਆ ਨਾ ਕਿਹੜਾ ਇਸ਼ੂ ਪ੍ਰਾਇੋਰਟੀ ਆ ਰਾਈਟ ਨਾਓ, ਕਹ ਲਓ ਕਰਿਕੂਲਮ ਜੋ ਹੁੰਦਾ ਉਹ ਮਿਨਿਸਟਰੀ ਆਫ ਐਜੂਕੇਸ਼ਨ ਸੈੱਟ ਕਰਦੀ ਆ, ਆਪਾਂ ਫੀਡਬੈਕ ਦੇ ਸਕਦੇ ਹੈਗੇ ਹਾਂ। ਬੋਰਡ ਆਫ ਟਰਸਟੀਜ਼ ਦੀ ਜੋ ਡਿਊਟੀਆਂ ਹੁੰਦੀਆਂ ਨੇ ਉਸ ਹਿਸਾਬ ਨਾਲ ਤੁਸੀਂ ਸੁਪਰਇੰਟੈਂਡੈਂਟ ਦਾ ਕੰਮ ਦੇਖਣਾ ਹੈਗਾ, ਉਹ ਠੀਕ ਠਾਕ ਕਰ ਰਹੇ ਨੇ ਜੋ ਵੀ ਸੁਪਰਇੰਟੈਂਡੈਂਟ ਦੀ ਪੋਜੀਸ਼ਨ ਵਿੱਚ ਹੁੰਦੇ ਨੇ। ਸੈਕੰਡਲੀ ਤੁਸੀਂ ਇਹ ਓਵਰਆਲ ਅਸੈਸਮੈਂਟ ਜੋ ਜਿਵੇਂ ਹੁਣ ਸਕੂਲਸ ਦੇ ਵਿੱਚ ਕੀ ਹੋ ਰਿਹਾ, ਕਿੱਥੋਂ ਸਟਾਫ ਨੂੰ ਲੋੜ ਆ, ਕਿੱਥੋਂ ਬੱਚਿਆਂ ਨੂੰ ਲੋੜ ਹੈਗੀ ਆ, ਕਿਹੜੀ ਚੀਜ਼ਾਂ ਪੇਰੈਂਟਸ ਕੰਸਰਨਸ ਹੈਗੀਆਂ ਨੇ ਉਹ ਅੱਗੇ ਲੈ ਕੇ ਆਉਣੀਆਂ ਹੁੰਦੀਆਂ ਨੇ। ਪਰ ਪ੍ਰਾਇੋਰਟੀ ਵਾਈਜ਼ ਜੇ ਆਪਾਂ ਦੇਖੀਏ ਬੁਲਿੰਗ, ਰੇਸਿਜ਼ਮ, ਡਰੱਗਸ, ਗੈਂਗਸ, ਵਾਇਲੈਂਸ, ਇਹ ਚੀਜ਼ਾਂ ਪ੍ਰਾਇੋਰਟੀ ਆਉਂਦੀਆਂ ਨੇ। ਸੋ ਜਿਹੜੀ ਐਜੂਕੇਸ਼ਨ ਕਰਿਕੂਲਮ ਆ ਉਹ ਤਾਂ ਹੁੰਦੀ ਹੋਈ ਆ, ਉਹ ਤਾਂ ਇੰਪੋਰਟੈਂਟ ਬਹੁਤ ਜ਼ਿਆਦਾ ਹੈ ਕਿਉਂਕਿ ਐਜੂਕੇਸ਼ਨ ਕਰਕੇ ਹੀ ਆਪਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਬਾਹਰ ਰਹੇ ਹੈਗੇ ਆ। ਪਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਮੈਂਟਲ ਹੈਲਥ, ਗਰੋਥ ਐਂਡ ਡਿਵੈਲਪਮੈਂਟ, ਇਹ ਚੀਜ਼ਾਂ ਖਾਸ ਸਪੈਸ਼ਲੀ ਜਦੋਂ ਮੈਂਟਲ ਹੈਲਥ ਦੀ ਗੱਲ ਕਰੀਏ ਉਹਦੇ ਵਿੱਚ ਬੁਲਿੰਗ, ਰੇਸਿਜ਼ਮ ਵਗੈਰਾ ਸਾਰਾ ਇਹ ਹੁੰਦਾ, ਵਾਇਲੈਂਸ ਹੈ ਨਾ, ਡਰੱਗ, ਗੈਂਗ ਵਾਇਲੈਂਸ ਵਗੈਰਾ। ਸੋ ਇਹ ਚੀਜ਼ਾਂ ਸਾਰੀਆਂ ਕੰਪਲੈਕਸ ਹੁੰਦੀਆਂ, ਮਤਲਬ ਇਹਨਾਂ ਨੂੰ ਤੁਸੀਂ ਏਦਾਂ ਨਹੀਂ ਵੀ ਅਲੱਗ-ਅਲੱਗ ਕਰਕੇ ਦੇਖ ਸਕਦੇ ਹੋ, ਯੂ ਹੈਵ ਟੂ ਕੰਬਾਈਨ ਦੈਮ। ਤੇ ਉਹਦੇ ਵਿੱਚੋਂ ਕੀ ਪ੍ਰਾਇੋਰਟੀਜ਼ ਨਿਕਲਦੀਆਂ ਨੇ ਵੀ ਕਿਹੜੇ ਸੋਲੂਸ਼ਨਸ ਹੈਗੇ ਨੇ, ਉਹ ਚੀਜ਼ਾਂ ਠੀਕ ਕਰਨ ਵਾਸਤੇ ਸੋਲੂਸ਼ਨਸ ਕੀ ਨੇ। ਹੁਣ ਮੇਰਾ ਬੈਕਗਰਾਉਂਡ ਜਿਵੇਂ ਤੁਸੀਂ ਕਿਹਾ ਨਾ, ਰਜਿਸਟਰਡ ਨਰਸ ਵੱਲੋਂ ਅਸੀਂ ਬੰਦੇ ਦੀ ਅਸੈਸਮੈਂਟ ਕਰਦੇ ਹਾਂ ਦ ਮਿਨਟ ਉਹ ਹਸਪੀਟਲ ਸੈਂਟਰ ਹੁੰਦੇ ਆ, ਹੈਡ ਟੂ ਟੋ ਅਸੈਸਮੈਂਟ ਹੁੰਦੀ ਆ। ਇਸੇ ਤਰ੍ਹਾਂ ਕਮਿਊਨਿਟੀ ਵਰਕ ਜਦੋਂ ਅਸੀਂ ਕਰਦੇ ਹਾਂ, ਅਸੀਂ ਸਿਸਟਮ ਦੀ ਅਸੈਸਮੈਂਟ ਕਰ ਰਹੇ ਹਾਂ ਕਮਿਊਨਿਟੀ ਵਰਕ ਦੇ ਵਿੱਚੋਂ ਕਿ ਕਿਹੜੇ ਗੈਪ ਨੇ, ਕਿੱਥੋਂ ਸੋਲੂਸ਼ਨਸ ਲੱਭਣੇ ਪੈਂਦੇ ਆ, ਕਿਹੜੀ ਚੀਜ਼ਾਂ ਅਸੀਂ ਇੰਪਲੀਮੈਂਟ ਕਰਦੇ ਹਾਂ। ਪਰ ਖਾਸ ਕਰ ਐਕਸ਼ਨ ਜੋ ਹੁੰਦਾ ਨਾ ਉਹ ਬਹੁਤ ਜ਼ਰੂਰੀ ਆ। ਸੋ ਗੱਲਾਂ ਕਰਨੀਆਂ ਇੱਕ ਹੁੰਦੀਆਂ, ਪਰ ਜੋ ਚੀਜ਼ਾਂ ਐਕਟ ਕਰਨੀਆਂ, ਤੁਸੀਂ ਜੋ ਚੀਜ਼ਾਂ ਲੈ ਕੇ ਆਉਣੀਆਂ ਉਹਨਾਂ ਨੂੰ ਕਹਿ ਲਓ ਵੀ ਇੰਪਲੀਮੈਂਟ ਕਰਨਾ, ਉਹ ਸਭ ਤੋਂ ਜ਼ਰੂਰੀ ਆ। ਕਿਉਂਕਿ ਜੇ ਆਪਾਂ ਇੰਪਲੀਮੈਂਟ ਕਰਦੇ ਹਾਂ ਤਾਂ ਹੀ ਉਹ ਚੀਜ਼ਾਂ ਸੋਲਵ ਹੁੰਦੀਆਂ, ਤੇ ਰੂਟ ਕਾਜ਼ ਲੱਭਣੇ ਕਿਸੇ ਚੀਜ਼ ਦੇ, ਉਹਦਾ ਅਸੈਸਮੈਂਟ ਬਹੁਤ ਜ਼ਰੂਰੀ ਹੁੰਦਾ। ਹਾਂਜੀ, ਤੇ ਨਾਲ ਦੀ ਨਾਲ ਮੈਂ ਇਹ ਵੀ ਐਡ ਆਨ ਕਰੂੰਗੀ ਕਿ ਜਦੋਂ ਆਪਾਂ ਏਦਾਂ ਕੰਮ ਕਰਦੇ ਹੁੰਦੇ ਆ, ਐਟ ਦੀ ਐਂਡ ਆਫ ਦ ਡੇ ਜਦੋਂ ਅਸੈਸਮੈਂਟ ਵੀ ਕਰਕੇ ਆਪਾਂ ਦੇਖ ਲਈ, ਐਕਸ਼ਨ ਵੀ ਲੈ ਆਉਂਦਾ, ਪ੍ਰੀਵੈਂਸ਼ਨ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਜਿਹੜੀ ਹੁੰਦੀ ਹੈ ਇੰਟਰਵੈਂਸ਼ਨ, ਉਹਦੇ ਨਾਲੋਂ ਪ੍ਰੀਵੈਂਸ਼ਨ ਵਧੀਆ ਹੁੰਦੀ ਹੈ ਕਿਉਂਕਿ ਇੰਟਰਵੈਂਸ਼ਨ 'ਚ ਆਪਾਂ ਆਲਰੇਡੀ ਉਹ ਚੀਜ਼ ਐਕਸਪੀਰੀਅੰਸ ਕਰ ਚੁੱਕੇ ਹਾਂ। ਸੋ ਬਿਫੋਰ ਵੀ ਗੋ ਅਹੈਡ ਐਂਡ ਐਕਸਪੀਰੀਅੰਸ ਐਨੀਥਿੰਗ, ਪ੍ਰੀਵੈਂਸ਼ਨ ਜੇ ਕਰਦੀ ਹੈ ਉੱਥੇ ਸੋਲੂਸ਼ਨਸ ਲੱਭਦੇ ਨੇ ਸਾਰੇ। ਸੋ ਜਸਵੀਰ ਜੀ, ਮੈਂ ਜਦੋਂ ਅੱਜ ਇਸ ਵਿਸ਼ੇ ਦੇ ਬਾਰੇ ਦੇ ਵਿੱਚ ਥੋੜੀ ਸਰਚ ਕਰ ਰਿਹਾ ਸੀ ਤਾਂ ਮੈਨੂੰ ਵੈਸੇ ਵੀ ਪਿਛਲੇ ਖੁਦ ਵੀ 2-3 ਸਾਲਾਂ ਦੇ ਵਿੱਚ ਇਹੀ ਅਹਿਸਾਸ ਹੋ ਰਿਹਾ ਜਾਂ ਫੀਡਬੈਕ ਲੋਕਾਂ ਦੇ ਕੋਲੋਂ ਆਉਂਦੀ ਹੈ ਕਿ ਜਿਹੜਾ ਕਲਾਸਰੂਮ ਦਾ ਸਾਈਜ਼ ਹੈ ਜਾਂ ਉਹਦੀ ਕੰਪੋਜੀਸ਼ਨ ਹੈ, ਇਹਦੇ ਬਾਰੇ ਵਿੱਚ ਕਾਫੀ ਦਿੱਕਤਾਂ ਨੇ ਲੋਕਾਂ ਨੂੰ। ਇੱਕ ਨੋ ਡਾਊਟ ਸਰੀ ਆਪਾਂ ਜੇ ਕਹੀਏ ਕਿ ਕੈਨੇਡਾ ਦਾ ਸਭ ਤੋਂ ਸਪੀਡ ਦੇ ਨਾਲ ਗਰੋ ਕਰਨ ਵਾਲਾ ਸਿਟੀ ਬਣਿਆ ਹੋਇਆ, ਇੰਨੇ ਲੋਕ ਇੱਥੇ ਆ ਕੇ ਵਸ ਰਹੇ ਨੇ, ਇੰਨੀ ਹਾਊਸਿੰਗ ਦੀਆਂ ਪ੍ਰੋਬਲਮਸ ਆ ਰਹੀਆਂ ਨੇ, ਉਹਦੇ ਨਾਲ ਹੋਰ ਵੀ ਕਾਫੀ ਕੁਛ ਹੈ। ਤੁਸੀਂ ਐਜ਼ ਅ ਟਰਸਟੀ ਇਹਦੇ ਬਾਰੇ ਦੇ ਵਿੱਚ ਕਿਸ ਤਰ੍ਹਾਂ ਦੀ ਸਲਾਹ ਦੇ ਸਕਦੇ ਹੋ? ਕੀ ਤੁਹਾਡੇ ਕੋਲੇ ਵਿਜ਼ਨ ਹੈ ਇਸ ਬਾਰੇ ਦੇ ਵਿੱਚ ਕਿ ਸਕੂਲ ਸਾਈਜ਼, ਕਲਾਸ ਕੰਪੋਜੀਸ਼ਨ ਜਾਂ ਨਵੇਂ ਸਕੂਲਾਂ ਦੇ ਬਾਰੇ ਦੇ ਵਿੱਚ ਟਰਸਟੀ ਕੀ ਕਰ ਸਕਦਾ ਹੈ, ਉਹਦਾ ਰੋਲ ਕਿਸ ਤਰ੍ਹਾਂ ਦਾ, ਤੇ ਤੁਹਾਡੇ ਕੋਲ ਇਹਦੇ ਬਾਰੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਲਾਹਾਂ ਨੇ? ਗੌਰਵ ਜੀ, ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜਾ ਕਲਾਸ ਸਾਈਜ਼ ਆ ਇਹ ਬਹੁਤ ਇੰਪੋਰਟੈਂਟ ਆ, ਔਰ ਇੱਥੇ ਬਹੁਤ ਬੜੀ ਤੇਜ਼ੀ ਦੇ ਨਾਲ ਜਿਹੜੀ ਆਬਾਦੀ ਵੱਧ ਰਹੀ ਆ। ਸਾਡੇ ਕੋਲ ਜਿਹੜੇ ਰਿਸੋਰਸਿਸ ਘੱਟ ਆ, ਸਾਡੇ ਕੋਲ ਟੀਚਰਾਂ ਦੀਆਂ ਪੋਸਟਾਂ ਥੋੜ੍ਹੀਆਂ, ਟੀਚਰਾਂ ਦੀ ਰਿਕਰੂਟਮੈਂਟ ਥੋੜ੍ਹੀ ਆ, ਔਰ ਬੱਚਿਆਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਵੱਡੀ ਮਾਤਰਾ 'ਚ ਆ। ਔਰ ਇਕੱਲਾ ਕਲਾਸ ਸਾਈਜ਼ ਟੀਚਰ ਵਾਈਜ਼ ਵੀ, ਤਾਂ ਜਿਹੜਾ ਕਮਰਿਆਂ ਦੀ ਜਿਹੜਾ ਇਨਫਰਾਸਟ੍ਰਕਚਰ ਵਾ ਉਹ ਵੀ ਸਾਡੇ ਕੋਲ ਬਹੁਤ ਲੈਕਿੰਗ ਵਾ। ਤਾਂ ਹੀ ਅਸੀਂ ਹਰ ਵਾਰੀ ਸਾਨੂੰ ਪੋਰਟੇਬਲ ਉੱਥੇ ਹੋਰ ਰੱਖਣੇ ਪੈਂਦੇ ਆ। ਬਿਲਕੁਲ, ਤੇ ਉਹ ਪੋਰਟੇਬਲ ਘੱਟ ਨਹੀਂ ਰਹੇ, ਵੱਧ ਰਹੇ ਆ। ਸੋ ਇਹਦਾ ਜਿਹੜਾ ਹੱਲ ਵਾ, ਇਹ ਨਵੇਂ ਸਕੂਲ ਜਿੱਥੇ ਜ਼ਿਆਦਾ ਪਾਪੂਲੇਸ਼ਨ ਆ ਉੱਥੇ ਨਵੇਂ ਸਕੂਲਾਂ ਲਈ ਜਿਹੜਾ ਕੰਮ ਕਰਨਾ, ਜਾਂ ਜਿਹੜੇ ਪ੍ਰੈਜ਼ੈਂਟ ਰਿਸੋਰਸਿਸ ਆ
ਉਹਨਾਂ ਨੂੰ ਜ਼ਿਆਦਾ ਵਧੀਆ ਢੰਗ ਦੇ ਨਾਲ ਵਰਤਣਾ, ਮੌਕੇ ਦੇ ਮੁਤਾਬਕ ਜੋ ਵੀ ਸਾਡੇ ਕੋਲ ਹੈਗਾ ਆ, ਜਿਹੜੀ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਵਾ, ਉਹਨਾਂ ਨੂੰ ਜਿਹੜੀ ਫੰਡਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਜੀ। ਸੋ ਇਹ ਜਿਹੜੀਆਂ ਚੀਜ਼ਾਂ ਆ, ਇਹਨਾਂ ਦੇ ਉੱਤੇ ਸਾਡਾ ਫੋਕਸ ਬਹੁਤ ਗੰਭੀਰਤਾ ਦੇ ਨਾਲ ਅਸੀਂ ਇਹਨੂੰ ਲੈ ਰਹੇ ਹਾਂ ਜੀ। ਪਰ ਇਹ ਤੋਂ ਵੀ ਜਿਹੜੀ ਮੈਂ ਤੁਹਾਨੂੰ ਦੱਸਿਆ, ਜਿਹੜੀ ਜ਼ਿਆਦਾ ਇਹ ਤੋਂ ਵੀ ਜ਼ਿਆਦਾ ਹੈਗੀ ਆ ਗੱਲ, ਉਹ ਹੈਗੀ ਆ ਸਾਡੇ ਬੱਚਿਆਂ ਦੀ ਸੇਫਟੀ। ਤੁਸੀਂ ਗੌਰਵ ਜੀ ਉੱਥੇ ਦੇਖੋ, ਤੀਏ ਚੌਥੇ ਦਿਨ ਕੋਈ ਨਾ ਕੋਈ ਇਦਾਂ ਵਾਇਲੈਂਸ ਦੀ ਘਟਨਾ ਹੁੰਦੀ ਆ। ਕੱਲ ਪਿਛਲੇ ਹਫ਼ਤੇ ਤੁਸੀਂ ਦੇਖਿਆ ਹੋਣਾ, ਸਰੀ ਦੇ ਵਿੱਚ ਉਹ ਬੱਚਿਆਂ ਨੇ ਇੱਕ ਦੂਜੇ ਦੇ ਨਾਲ ਇਦਾਂ ਗੈਂਗ ਵਾਇਲੈਂਸ ਕਰਕੇ ਢਿੱਡ ਛੁਰਾ ਮਾਰਤਾ ਜੀ। ਬਿਲਕੁਲ ਆਪਣੀ ਕਮਿਊਨਿਟੀ ਦਾ ਉਹ ਨਿਆਣਾ ਸੀਰੀਅਸ ਹੋ ਕੇ ਹਸਪਤਾਲ ਗਿਆ ਜੀ। ਸੋ ਜਿਹੜੀ ਵਾਰ-ਵਾਰ ਤੁਸੀਂ ਦੇਖੋ, ਜਦੋਂ ਅਸੀਂ ਇਹਦਾ ਨਾ ਕੰਪੈਰੀਜ਼ਨ ਕਰਦੇ ਆ, ਤੁਸੀਂ ਦੇਖੋ ਜਿਹੜੇ ਵੀ ਪ੍ਰਾਈਵੇਟ ਐਜੂਕੇਸ਼ਨ ਆ, ਸਰੀ 'ਚ ਵੀ ਜਿੱਦਾਂ ਇੰਡੀਆ ਵਾਂਗੂ ਇੱਥੇ ਪ੍ਰਾਈਵੇਟ ਸਕੂਲ ਆ ਜੀ। ਪ੍ਰਾਈਵੇਟ ਸਕੂਲ ਦੇ ਵਿੱਚ ਕਿਉਂ ਨਹੀਂ ਡਰੱਗਸ, ਕਿਉਂ ਨਹੀਂ ਗੈਂਗਸ, ਕਿਉਂ ਨਹੀਂ ਬੁਲੀਇੰਗ, ਕਿਉਂ ਇੱਕ ਨਿਆਣੇ ਇੱਕ ਦੂਜੇ ਦੇ ਮਾਰਦੇ ਕੁੱਟਦੇ ਨੇਗੇ। ਸੋ ਇੱਥੇ ਇੱਕ ਜਿਹੜੀ ਬੇਧਿਆਨੀ ਆ ਨਾ ਜੀ, ਜਿਹੜੀ ਇੱਕ ਲੈਕ ਆਫ ਰਿਸਪੌਂਸਿਬਿਲਿਟੀ ਆ, ਉਹ ਵੱਡੀ ਮਾਤਰਾ ਦੇ ਵਿੱਚ ਸਾਡੇ ਨਿਆਣਿਆਂ ਨੂੰ ਇਨਫਲੂਐਂਸ ਕਰ ਰਹੀ ਆ ਜੀ। ਸੋ ਉਹ ਜਿਹੜੀ ਬੇਧਿਆਨੀ ਆ, ਜਿਹੜਾ ਇੱਕ ਅਨਰਿਸਪੌਂਸਿਵ ਸਿਸਟਮ ਆ, ਉਹਦੇ ਸਾਡਾ ਬੜਾ ਇੱਕ ਕੰਸਰਨ ਆ ਕਿ ਅਸੀਂ ਉਹਨੂੰ ਕਿੱਦਾਂ ਆਪਣੀ ਜਿਹੜੀ ਖਾਸ ਤੌਰ ਤੇ ਸਾਡੇ ਬੱਚਿਆਂ ਦੀ, ਸਾਡੇ ਮਾਪਿਆਂ ਦੀ ਆਵਾਜ਼ ਨੂੰ ਅਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿੱਦਾਂ ਲੈ ਕੇ ਜਾਈਏ। ਬਤੌਰ ਸਕੂਲ ਟਰਸਟੀ, ਇੱਕ ਗਰੁੱਪ ਦੇ ਤੌਰ ਤੇ, ਇੱਕ ਸਲੇਟ ਦੇ ਤੌਰ ਤੇ ਸਾਡੇ ਲਈ ਇਹ ਬਹੁਤ ਜ਼ਰੂਰੀ ਆ ਕਿ ਜਿਹੜਾ ਇਹ ਲਿੰਕ ਟੁੱਟਾ ਆ ਮਾਪਿਆਂ ਦਾ, ਤਾਂ ਜਿਹੜਾ ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਆ, ਜਿਹਦੇ ਵਿੱਚ ਟੀਚਰ ਵੀ ਸ਼ਾਮਲ ਆ, ਪ੍ਰਿੰਸੀਪਲ ਵੀ ਸ਼ਾਮਲ ਆ, ਸਕੂਲ ਬੋਰਡ ਵੀ ਸ਼ਾਮਲ ਆ, ਗਵਰਨਮੈਂਟ ਵੀ ਸ਼ਾਮਲ ਆ, ਉਹਦੇ ਵਿੱਚ ਇੱਕ ਬ੍ਰਿਜ ਦੇ ਤੌਰ ਤੇ ਕੰਮ ਕਰੀਏ ਜੀ। ਉਹਨਾਂ ਦੀ ਮਾਪਿਆਂ ਨੂੰ ਇਨਵੋਲਵ ਕਰੀਏ, ਉਹਨਾਂ ਨੂੰ ਇਨਵੋਲਵ ਕਰਕੇ ਜਿਹੜੀ ਖਾਸ ਤੌਰ ਦੇ ਉੱਤੇ, ਜਿੱਦਾਂ ਹੁਣ ਅਸੀਂ ਸਾਡੇ ਜਿਹੜੇ ਬੱਚੇ ਆ, ਇਹਨਾਂ ਦੀ ਜਿਹੜੀ ਭਾਰੀ ਗਿਣਤੀ ਆ, ਇਹਨਾਂ ਨੂੰ ਮੈਂ ਜਿੱਦਾਂ ਤੁਹਾਨੂੰ ਦੱਸਿਆ, ਗੈਂਗ ਦੇ ਵਿੱਚ, ਡਰੱਗ ਦੇ ਵਿੱਚ, ਮੈਂਟਲ ਇਸ਼ੂਜ਼, ਉਹਨਾਂ ਦਾ ਜਿਹੜਾ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਇਨਵੋਲਵ ਹੋਏ, ਪਹਿਲਾਂ ਉਹਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਲਈਏ ਜੀ। ਜੇ ਅਸੀਂ ਉਹਨਾਂ ਨੂੰ ਕੱਢਣ 'ਚ ਕਾਮਯਾਬ ਹੋ ਗਏ, ਉਹਨਾਂ ਨੂੰ ਉਹ ਇਨਕਲੂਡਡ ਮਹਿਸੂਸ ਕਰਨ, ਠੀਕ ਹੈ, ਤੇ ਜੇ ਉਹ ਇਨਕਲੂਡਡ ਮਹਿਸੂਸ ਕਰਦੇ ਆ, ਤਾਂ ਸਾਡਾ ਜਿਹੜਾ ਹੈ, ਅਸੀਂ ਫਿਰ ਜਿਹੜੇ 1 by 1 ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਤਾਣੀ ਉਲਝ ਗਈ ਆ ਜੀ। ਔਰ ਇਹ ਆਪਣੀ ਕਮਿਊਨਿਟੀ ਇਸ ਗੱਲ ਨੂੰ ਸਮਝੇ, ਪੂਰੇ ਜ਼ੋਰ ਨਾਲ ਅੱਗੇ ਆਵੇ। ਜਿੱਦਾਂ ਇੱਕ ਵਿਚਾਰ ਬਣਿਆ ਆ ਵੀ ਜਾਓ ਜੀ ਕੌਂਸਲ ਦੀ ਵੋਟ ਪਾਓ ਤਾਂ ਮੇਅਰ ਦੀ ਵੋਟ ਪਾਓ, ਸਕੂਲ ਟਰਸਟੀ ਦਾ ਛੱਡ ਹੀ ਜਾਂਦੇ ਆ। ਬਿਲਕੁਲ ਜੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਬੱਚਿਆਂ ਦੇ ਫਿਊਚਰ ਵੱਲ ਧਿਆਨ ਦਿਓ। ਔਰ ਜਿਹੜਾ ਹੈ ਵਿਦਿਆ, ਜਿਹੜੀ ਆ ਜੇ ਅਕਲ ਇਲਮ ਗਿਆਨ ਵਾ, ਜਿੱਦਾਂ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਾਂ ਅਸੀਂ ਜਿਹੜਾ ਹੈ ਐਜੂਕੇਸ਼ਨਿਸਟ ਜਾਂ ਟੀਚਰ ਵਾ, ਉਹ ਜੋ ਉਹਦੀ ਆਤਮਾ ਦੇ ਵਿੱਚੋਂ, ਉਹਦੀ ਬੋਡੀ ਦੇ ਵਿੱਚ ਬੈਸਟ ਆ ਬੱਚੇ ਦੇ, ਉਹਨੂੰ ਬਾਹਰ ਲਿਆਉਣਾ ਉਹਨੇ ਜੀ। ਪਰ ਕਨੈਕਟ ਹੋ ਕੇ ਹੀ ਆ ਸਕਦਾ ਹੈ ਜੀ। ਸੋ ਇਹਨਾਂ ਨੇ ਆਪਣੇ ਆਨਸਰ ਦੇ ਵਿੱਚ ਦਵਿੰਦਰ ਜੀ ਬਹੁਤ ਸਾਰੇ ਇਸ਼ੂਜ਼ ਇਕੱਠੇ ਲਿਆਂਦੇ। ਫੋਰ ਐਗਜ਼ਾਮਪਲ, ਜਿਵੇਂ ਇਹ ਤੁਸੀਂ ਨਰਸਿੰਗ ਦੇ ਫੀਲਡ ਦੇ ਨਾਲ ਜੁੜੇ ਰਹੇ ਹੋ, ਜਿਹੜਾ ਡਰੱਗਸ ਦਾ ਇਸ਼ੂ ਹੈ, ਸਾਰਿਆਂ ਨੂੰ ਪਤਾ ਕਿ 2015 ਦੇ ਵਿੱਚ ਹੈਲਥ ਐਮਰਜੈਂਸੀ BC ਨੇ ਘੋਸ਼ਿਤ ਕੀਤੀ। ਹੁਣ ਤੱਕ ਮੈਂ ਰੋਜ਼ ਮੈਨੂੰ ਲੱਗਦਾ ਕਿ more than 10,000 ਡੈਥਸ ਆਪਾਂ ਡਰੱਗਸ ਓਵਰਯੂਜ਼ ਦੇ ਨਾਲ ਦੇਖ ਚੁੱਕੇ ਹਾਂ। ਸੋ ਇਹਨੂੰ ਸਕੂਲਿੰਗ ਦੇ ਨਾਲ ਵੀ ਜੋੜ ਕੇ ਹੁਣ ਵੇਖਿਆ ਜਾ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਨਿਊਜ਼ ਦੇ ਵਿੱਚ ਮੈਂ ਪੜ੍ਹਿਆ ਵੀ, ਬਹੁਤ ਸਾਰੇ ਆਰਟੀਕਲ ਵੀ ਪੜ੍ਹੇ ਹੈ ਕਿ ਸਕੂਲਾਂ ਦੇ ਵਿੱਚ ਵੀ ਡਰੱਗਸ ਦੀ ਓਵਰਡੋਜ਼ ਦੇ ਨਾਲ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ। ਇਸੇ ਨਾਲ ਜਿਹੜਾ ਵਾਇਲੈਂਸ ਦਾ ਇਹਨਾਂ ਦੇ ਮਸਲਾ ਮੈਂ ਜੋੜ ਕੇ ਪੇਸ਼ ਕਰਾਂਗਾ, ਕਿਉਂਕਿ ਆਪਣੇ ਕੋਲ ਸਮਾਂ ਘੱਟ ਹੈ। ਮੌਂਟਰੀਅਲ ਦੇ ਵਿੱਚ ਪਿੱਛੇ ਜੇ ਪੁਲਿਸਿੰਗ ਉੱਥੇ ਤੈਨਾਤ ਕੀਤੀ ਗਈ ਹੈ ਇਸ ਮਸਲੇ ਨੂੰ ਲੈ ਕੇ। ਅਮਰੀਕਾ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਕਿ ਸਕੂਲਾਂ ਦੇ ਵਿੱਚ ਪੁਲਿਸ ਹੈ। ਸੋ ਬੱਚਿਆਂ ਦੀ ਮੈਂਟਲ ਹੈਲਥ ਤੇ ਇਸ ਗੱਲ ਨਾਲ ਓਬਵੀਅਸਲੀ ਬਹੁਤ ਗਲਤ ਅਸਰ ਪੈਂਦਾ ਕਿ ਪੁਲਿਸ ਵਾਲੇ ਨੂੰ ਦੇਖ ਕੇ ਮਾਹੌਲ ਬੜਾ ਟੌਕਸਿਕ ਹੁੰਦਾ ਉਹਨਾਂ ਦੇ ਲਈ। ਸੋ ਇਹ ਸਾਰੇ ਕਾਸੇ ਨੂੰ ਤੁਸੀਂ ਕਿਵੇਂ ਦੇਖਦੇ ਹੋ, ਤੇ ਕਿਵੇਂ ਇਹ ਡਰੱਗਸ ਦਾ ਤੇ ਜਿਹੜੀ ਵਾਇਲੈਂਸ ਦਾ ਮਸਲਾ ਹੈ ਕਿਵੇਂ ਹੱਲ ਹੋ ਸਕਦਾ, ਤੁਹਾਨੂੰ ਕੀ ਲੱਗਦਾ ਹੈ? ਹਾਂਜੀ, ਹੁਣ ਜੇ ਆਪਾਂ ਪਹਿਲੀ ਗੱਲ ਤਾਂ ਪੁਲਿਸ ਨੂੰ ਆਈ ਐਪਰੀਸ਼ੀਏਟ ਜਿਹੜਾ ਉਹ ਕੰਮ ਕਰਦੇ ਆ, ਬਿਕਾਜ਼ ਇਟਸ ਨਾਟ ਈਜ਼ੀ ਜੋ ਪੁਲਿਸ ਆਫਿਸਰ ਹੋ ਕੇ ਜੋ ਕੰਮ ਕਰਨੇ ਪੈਂਦੇ ਹੁੰਦੇ ਆ ਫਰੰਟ ਲਾਈਨਸ ਤੇ। ਉਹਨਾਂ ਨੂੰ ਹੀ ਪਤਾ ਜੋ ਫਰੰਟ ਲਾਈਨ ਕੰਮ ਕਰਦੇ ਆ, ਜਿਵੇਂ ਸਾਡੇ ਵਰਗੇ ਨਰਸਿੰਗ ਵਗੈਰਾ ਵਿੱਚ, ਹੈ ਨਾ। ਸੋ ਐਟ ਦੀ ਐਂਡ ਆਫ ਦ ਡੇ ਜਿਹੜੀ ਪੁਲਿਸਿੰਗ ਵੱਲੋਂ ਡਰ ਆਪਾਂ ਕਹਿੰਦੇ ਆ, ਡਰ ਹੁੰਦਾ, ਪਰ ਡਰ ਕਿਸ ਲਈ ਹੁੰਦਾ? ਇਸ ਲਈ ਹੁੰਦਾ ਕਿਉਂਕਿ ਡਿਸਪਲਿਨ ਆ ਜਾਂਦੀ ਹੈ ਵਿੱਚ ਉਹਦੇ, ਰਾਈਟ। ਸੋ ਜਿਹੜੀ ਪੁਲਿਸ ਤੋਂ ਡਰਨਾ ਦੇ ਬਜਾਏ ਪੁਲਿਸ ਨਾਲ ਫਰੈਂਡਸ ਬਣੋ,
ਰਾਈਟ ਇਹ ਮੈਂ ਇਨਕਰੇਜ ਕਰਦੀ ਹੁੰਦੀ ਹਾਂ ਕਮਿਊਨਿਟੀ ਦੇ ਵਿੱਚ ਕਿ ਜੋ ਆਪਣੇ ਪੁਲਿਸ ਆਫੀਸਰਸ ਹੈਗੇ ਆ ਉਹਨਾਂ ਦੇ ਨਾਲ ਆਪਾਂ ਫਰੈਂਡਲੀ ਰਿਲੇਸ਼ਨ ਦੇ ਹਿਸਾਬ ਨਾਲ ਜਿਵੇਂ ਹੁਣ ਕਾਲਜਸ ਦੇ ਵਿੱਚ ਅਸੀਂ ਟਰਾਈ ਕੀਤੀ ਸੀ ਕੋਵਿਡ ਤੋਂ ਪਹਿਲਾਂ ਕੋਵਿਡ ਆਇਆ ਕਰਕੇ ਉਹ ਮਸਲਾ ਨਹੀਂ ਹੋਇਆ ਬਟ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਵੀ ਅਸੀਂ ਇਹੀ ਕਹਿ ਰਹੇ ਸੀਗੇ ਕਿ ਜੋ ਪੁਲਿਸਿੰਗ ਆ ਇੰਟਰਨੈਸ਼ਨਲ ਸਟੂਡੈਂਟਸ ਨਾਲ ਕਾਫੀ ਟਾਈਮ ਟੀ ਟਾਈਮ ਇਦਾਂ ਦੇ ਅਸੀਂ ਇਵੈਂਟਸ ਸ਼ੁਰੂ ਕਰਨ ਲੱਗੇ ਹੋਏ ਸੀ ਐਂਡ ਆਈ ਨੋ ਕਿ RCMP ਹੁਣ ਇਸ ਵਕਤ ਕਰ ਰਹੇ ਨੇ ਉਹ ਇਵੈਂਟਸ ਸਰੀ ਪੁਲਿਸ ਵੀ ਕੋਸ਼ਿਸ਼ ਕਰ ਰਹੀ ਹੈਗੀ ਆ ਪਿਛਲੇ ਦਿਨ ਉਹਨਾਂ ਨੇ ਕੁਆਂਟਲੈਂਸ ਵੀ ਕੀਤਾ ਹਾਂਜੀ ਸੋ ਦੋਨੇ ਪੁਲਿਸਿੰਗ ਸਾਈਡਸ ਤੋਂ ਕਰ ਰਹੇ ਹੈਗੇ ਨੇ ਐਂਡ ਦੈਟਸ ਗੁੱਡ ਕਿਉਂਕਿ ਉਹਦੇ ਨਾਲ ਪੁਲਿਸਿੰਗ ਵੱਲੋਂ ਰਿਲੇਸ਼ਨ ਵੱਧਦੇ ਨੇ ਸੇਮ ਥਿੰਗ ਸਕੂਲਸ ਆ ਜਾਂਦੇ ਨੇ ਹੁਣ ਮੈਂ ਇੱਥੋਂ ਦੀ ਜੰਪਾਲਾ ਮੈਂ ਦੁਬਾਰਾ ਕਹੂੰਗੀ ਕਿ ਜਦੋਂ ਮੈਂ ਸਕੂਲ ਸਿਸਟਮ ਚ ਗਈ ਆ ਇੱਥੇ ਉਦੋਂ ਰਾਉਂਡਸ ਹੁੰਦੇ ਸੀ ਪੁਲਿਸ ਆਫੀਸਰਸ ਰਾਉਂਡਸ ਕਰਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਬੱਚੇ ਰੋਲ ਮਾਡਲ ਸਮਝਦੇ ਹੁੰਦੇ ਸੀ ਪੁਲਿਸ ਆਫੀਸਰ ਨੂੰ ਰਾਈਟ ਐਂਡ ਇਸੇ ਤਰ੍ਹਾਂ ਆਪਾਂ ਨੂੰ ਵੀ ਡਰਨਾ ਨਹੀਂ ਚਾਹੀਦਾ ਪੁਲਿਸ ਆਫੀਸਰ ਤੋਂ ਆਪਾਂ ਨੂੰ ਇਹ ਦਿਖਾਉਣਾ ਚਾਹੀਦਾ ਦੇ ਆਰ ਰੋਲ ਮਾਡਲਸ ਹਨਾ ਕਮਿਊਨਿਟੀ ਦੇ ਵਿੱਚ ਲਾਅ ਇਨਫੋਰਸਮੈਂਟ ਬਹੁਤ ਜ਼ਰੂਰੀ ਹੁੰਦੀ ਆ ਇਹ ਤਾਂ ਜ਼ਰੂਰੀ ਹੁੰਦੀ ਆ ਕਿਉਂਕਿ ਜੇ ਆਪਾਂ ਹੁਣ ਫ੍ਰੀ ਸੁਸਾਇਟੀ ਛੱਡ ਦਈਏ chaos ਵੱਧ ਜਾਂਦਾ ਹੁਣ ਡਿਸਲੋਟ ਵੱਧ ਰਿਹਾ ਹੈਗਾ ਸੋ ਜੇ ਆਪਾਂ ਕਿਸੇ ਚੀਜ਼ ਨੂੰ ਕੰਟਰੋਲ 'ਚ ਲੈ ਕੇ ਆਉਣਾ ਇਨ ਅ ਫਰੈਂਡਲੀ ਮੈਨਰ ਕੰਪਰੋਮਾਈਜ਼ ਕਰਕੇ ਤਾਂ ਉਹ ਸਲੋਟ ਸਟਰਕਚਰ ਬਣਨਾ ਚਾਹੀਦਾ ਚੀਜ਼ ਦਾ ਸਕੂਲਸ ਦੇ ਵਿੱਚ ਜੋ ਮੈਂ ਇਸ ਵਕਤ ਦੇਖਦੀ ਹੈਗੀ ਆ ਕਿ ਸਟਰਕਚਰ ਇਜ਼ ਲੈਕਿੰਗ ਬਿਲਕੁਲ ਐਂਡ ਉਹਦੇ ਕਾਰਨ ਕਰਕੇ ਆਪਣੇ ਜੋ ਬੱਚੇ ਹੈਗੇ ਆ ਉਹ ਵੀ ਫ੍ਰੀ ਦੇ ਵਿੱਚ ਕਹਿ ਲਓ ਵੀ ਸਮਝਦੇ ਹੈਗੇ ਕਿ ਇਟਸ ਓਕੇ ਟੂ ਬੀ ਡਿਸਰਿਸਪੈਕਟਫੁਲ ਕਈ ਵਾਰ ਜਾਂ ਜੋ ਚੀਜ਼ਾਂ ਉਹ ਕਰ ਰਹੇ ਨੇ ਬਾਹਰ ਹੈਨਾ ਸਾਰੇ ਬੱਚੇ ਨਹੀਂ ਪਰ ਕਈ ਬੱਚੇ ਇਦਾਂ ਦੇ ਹੈਗੇ ਨੇ ਹੁਣ ਟੀਚਰਸ ਵੀ ਇਹੀ ਕੰਪਲੇਨ ਕਰਦੇ ਆ ਕਿ ਵਾਇਲੈਂਸ ਇਨ ਦ ਵਰਕਪਲੇਸ ਵੱਧ ਰਿਹਾ ਹੈਗਾ ਜੀ ਜਸ ਕਈ ਕਾਰਨ ਹੁੰਦੇ ਆ ਇਹਦੇ ਕਰਕੇ ਇੱਕ ਤਾਂ ਮੈਂਟਲ ਹੈਲਥ ਵੱਲੋਂ ਇੱਕ ਗਰੋਥ ਇਨਵਾਇਰਨਮੈਂਟ ਵੱਲੋਂ ਕੋਈ ਨਾ ਕੋਈ ਬਿਮਾਰੀ ਹੁੰਦੀ ਆ ਹਨਾ ਜੋ ਨਹੀਂ ਆਈਡੈਂਟੀਫਾਈ ਕੀਤੀ ਜਾਂਦੀ ਟਾਈਮ ਸਰ ਐਂਡ ਸੈਕੰਡਲੀ ਇਹ ਹੈਗਾ ਕਿ ਜਿਹੜੇ ਜੇ ਬੱਚੇ ਮੈਂ ਕਹਿ ਰਹੀ ਹਾਂ ਕਿ ਕੇਆਸ ਸੋਸਾਇਟੀ ਵਿੱਚ ਪੈ ਰਹੇ ਹੈਗੇ ਨੇ ਹਨਾ ਸੋ these things matter ਕਿ ਜਿਵੇਂ ਹੁਣ ਕਿ ਮੈਂ ਕਿਹਾ ਵੀ ਅਸੈਸਮੈਂਟ ਤੇ ਗੱਲ ਆ ਜਾਂਦੀ ਆ ਜਦੋਂ ਅਸੀਂ ਗਰੋ ਅਪ ਹੋ ਰਹੇ ਸੀ ਉਦੋਂ ਨਰਸਾਂ ਵੀ ਓਕੇਜਨਲੀ ਆਉਂਦੀਆਂ ਹੁੰਦੀਆਂ ਸੀ ਸਕੈਜੂਲਡ ਅਪਾਇੰਟਮੈਂਟ ਹੁੰਦੀਆਂ ਸੀਗੀਆਂ ਸਕੂਲਸ ਦੇ ਵਿੱਚ ਉਹਨਾਂ ਨੇ ਆ ਕੇ ਦੇਖਣਾ ਸੀ ਵੀ ਸਾਰੇ ਬੱਚੇ ਠੀਕ ਨੇ ਅਸੈਸਮੈਂਟ ਕਰਦੇ ਹੁੰਦੇ ਸੀ ਵੀ ਕੋਈ ਲੈਕ ਤਾਂ ਨਹੀਂ ਕਰ ਰਿਹਾ ਕਿਸੇ ਪਾਸਿਓਂ ਨਿਊਟ੍ਰੀਸ਼ਨ ਹੈਲਥ ਈਅਰਸ ਆਈਜ਼ ਸਾਰਾ ਕੁਝ ਚੈੱਕ ਹੁੰਦਾ ਸੀ ਇਮਿਊਨਾਈਜੇਸ਼ਨ ਸਾਡੇ ਹਨਾ ਹੁਣ ਅੱਜ ਕੱਲ ਜਿਵੇਂ ਇਮਿਊਨਾਈਜ਼ ਕਰਦੇ ਨੇ ਪਬਲਿਕ ਹੈਲਥ ਥਰੂ ਈਅਰਸ ਆਈਜ਼ ਚੈੱਕ ਹੁੰਦੇ ਆ ਨਰਸ ਜਾਂ ਕੋਈ ਨਾ ਕੋਈ ਕੰਟਰੈਕਟ ਕੀਤਾ ਹੁੰਦਾ ਇਹਨਾਂ ਦਾ ਵੀ ਆ ਕੇ ਦੇਖੂਗਾ ਕੋਈ ਬੱਚਿਆਂ ਦੇ ਕੰਨ ਜਾਂ ਈਅਰਸ ਹਨਾ ਪਰ ਇਹ ਜੋ ਚੀਜ਼ਾਂ ਜਦੋਂ ਆਪਾਂ ਫਿਜ਼ੀਕਲੀ ਇੱਕ ਨਰਸ ਨੂੰ ਉੱਥੇ ਬਾਹਰ ਰਹੇ ਆ ਜਾਂ ਕਾਉਂਸਲਰਸ ਨੂੰ ਬਾਹਰ ਰਹੇ ਆ ਜਾਂ ਪੁਲਿਸ ਆਫੀਸਰ ਨੂੰ ਬਾਹਰ ਰਹੇ ਆ ਉਹ ਚੀਜ਼ਾਂ ਦਾ ਪ੍ਰਭਾਵ ਪੈਂਦਾ ਆਪਣੇ ਬੱਚਿਆਂ ਤੇ ਇਨ ਅ ਗੁੱਡ ਵੇ not in a bad way in a very good way so ਮੈਂ ਇਹ ਸੁਜੈਸ਼ਨ ਦਿੰਦੀ ਹੁੰਦੀ ਆ ਹੁਣ ਜਿਵੇਂ ਆਪਾਂ ਨੂੰ ਇਹ ਜਿਹੀਆਂ ਚੀਜ਼ਾਂ ਦੁਬਾਰਾ ਇੰਪਲੀਮੈਂਟ ਕਰਨੀਆਂ ਚਾਹੀਦੀਆਂ ਐਂਡ ਆਲਸੋ ਇਹ ਵੀ ਹੈਗਾ ਕਿ ਕਾਉਂਸਲਰਸ ਦੀ ਲੈਕ ਬਹੁਤ ਆ ਮੈਂਟਲ ਹੈਲਥ ਵੱਲੋਂ ਹੁਣ ਕਾਉਂਸਲਰਸ ਵਧਣ ਦੀ ਬਜਾਏ ਸਕੂਲ ਸਿਸਟਮ ਦੇ ਵਿੱਚ ਘੱਟ ਘੰਟੇ ਹੋ ਰਹੇ ਨੇ ਐਂਡ ਜੇ ਹੁਣ ਸਾਡੇ ਅੱਗੇ ਨਾਨ ਪ੍ਰੋਫਿਟਸ ਜਾ ਕੇ ਟਰਾਈ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਕੋਲੇ ਹੈਗੇ ਆ ਵਾਲੰਟੀਅਰਸ ਹੈਗੇ ਨੇ ਇਸ ਲੋਟ ਤੇ ਜੋ ਥੋੜੀ ਮਦਦ ਕਰ ਸਕਦੇ ਆ ਉਹ ਪੁਸ਼ ਬੈਕ ਮਿਲ ਰਹੀ ਆ ਕਿਉਂਕਿ ਯੂਨੀਅਨਸ ਇਨਵੋਲਵ ਹੁੰਦੀਆਂ ਨੇ ਤਾਂ ਫਿਰ ਸਟਾਫਿੰਗ ਵੱਲੋਂ ਕਹਿੰਦੇ ਆ ਵੀ ਯੂ ਨੋ ਵਟ ਇਹ ਯੂਨੀਅਨ ਦਾ ਮੈਟਰ ਆ ਹੈਨਾ ਸੋ ਵੀ ਹਾਇਰ ਕਰਨਾ ਚਾਹੀਦਾ ਕੋਈ ਉਸ ਪੋਜੀਸ਼ਨ ਦੇ ਵਿੱਚ ਹੁਣ ਹਾਇਰ ਕਰਨ ਵਾਸਤੇ ਆਪਾਂ ਨੂੰ ਫੰਡਿੰਗ ਚਾਹੀਦੀ ਆ ਫੰਡਿੰਗ ਲਈ ਐਡਵੋਕੇਸੀ ਚਾਹੀਦੀ ਜੇ ਤੁਸੀਂ ਪ੍ਰਪੋਜ਼ਲਸ ਉਸ ਲੋਟ ਠੀਕ ਕਰੋਗੇ ਤੁਹਾਨੂੰ ਫੰਡਿੰਗ ਸ਼ਾਇਦ ਮਿਲ ਸਕਦੀ ਆ ਪਰ ਜੇ ਨਹੀਂ ਵੀ ਮਿਲੂਗੀ ਲੈਟਸ ਸੇ ਹੁਣ ਫੰਡਿੰਗ ਵੱਲੋਂ ਲੈਕ ਹੋ ਰਿਹਾ ਤੁਸੀਂ ਪਰ ਇਧਰੋਂ ਤੁਸੀਂ ਨਾਨ ਪ੍ਰੋਫਿਟਸ ਨੂੰ ਨਹੀਂ ਆਉਣ ਦਿੰਦੇ ਉਹ ਗੈਪ ਫਿਲ ਕਰਨ ਨੂੰ ਤੇ who's at the end suffering ਬੱਚੇ ਕਰ ਰਹੇ ਨੇ at the end of the day ਜੀ ਛੋਟਾ ਜਿਹਾ ਬ੍ਰੇਕ ਲਵਾਂਗੇ ਦੋਸਤੋ ਗੱਲਬਾਤ ਬਹੁਤ ਇੰਪੋਰਟੈਂਟ ਚੱਲ ਰਹੀ ਹੈ ਬਹੁਤ ਇੰਟਰਸਟਿੰਗ ਵੀ ਹੈ ਕਾਫੀ ਕੁਝ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਦਾ ਪੁਰਾਣੇ ਸਿਸਟਮ ਦੇ ਵਿੱਚ ਲੈਕਿੰਗ ਸੀਗੀਆਂ ਕਿਸ ਤਰ੍ਹਾਂ ਦੀਆਂ ਸ਼ਾਰਟਕਮਿੰਗ ਸੀ ਸੋ ਇਹਨਾਂ ਦੋ ਕੈਂਡੀਡੇਟਸ ਦੇ ਨਾਲ ਜੇਕਰ ਇਹ ਚੁਣੇ ਜਾਂਦੇ ਤਾਂ ਮੈਨੂੰ ਲੱਗਦਾ ਕਾਫੀ ਜ਼ਿਆਦਾ ਚਾਨਣ ਹੋਣਾ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸੁਧਾਰ ਹੋਣਾ ਦੋਸਤੋ ਪ੍ਰੋਗਰਾਮ ਖਬਰਸਾਰ ਚੱਲ ਰਿਹਾ ਸੋ ਨੋ ਡਾਊਟ ਪੂਰੀ ਜਿਹੜਾ ਸੁਸਾਇਟੀ ਹੈ ਉਹਦੇ ਵਿੱਚ ਸਿੱਖਿਆ ਦਾ ਅਹਿਮ ਰੋਲ ਹੈ ਤੇ ਉਸ ਸਿੱਖਿਆ ਦੇ ਪ੍ਰਬੰਧ ਨੂੰ ਕਿਸ ਤਰ੍ਹਾਂ ਸੁਚਾਰੂ ਢੰਗ ਦੇ ਨਾਲ ਚਲਾਉਣਾ ਹੈ ਜਿਹੜੇ ਅਸੀਂ ਨੁਮਾਇੰਦੇ ਚੁਣਨੇ ਆ ਉਹਨਾਂ ਨੇ ਨਿਸ਼ਚਿਤ ਕਰਨਾ ਉਹਨਾਂ ਨੇ ਨਿਰਧਾਰਿਤ ਕਰਨਾ ਸੋ ਆਪਣੀ ਜਿਹੜੀ ਵੋਟ ਹੈ ਇਸ ਮਾਮਲੇ ਦੇ ਵਿੱਚ ਤੁਸੀਂ ਵੇਸਲੇ ਹੋ ਕੇ ਨਹੀਂ ਪਾਉਣੀ ਇਹ ਤੁਹਾਡੇ ਬੱਚਿਆਂ ਦਾ ਮਸਲਾ ਹੈ ਸੋ ਮੇਰੇ ਕੋਲ ਇਸ ਵਕਤ ਬਹੁਤ ਖੂਬਸੂਰਤ ਸ਼ਖਸੀਅਤਾਂ ਬੈਠੀਆਂ ਹੋਈਆਂ ਨੇ ਇੱਕ ਇੰਪੋਰਟੈਂਟ ਖਾਸ ਸਵਾਲ ਦਵਿੰਦਰ ਜੀ ਤੁਹਾਨੂੰ ਫੇਰ ਹੈ ਨਰਸਿੰਗ ਦੇ ਬਾਰੇ ਦੇ ਵਿੱਚ ਵੀ ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਦੀ ਫਰਸਟ੍ਰੇਸ਼ਨ ਬਾਰੇ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਉਸ ਤੋਂ ਬਿਨਾਂ ਲਗਭਗ ਮੈਨੂੰ ਲੱਗਦਾ ਪੈਂਡੈਮਿਕ ਤੋਂ ਬਾਅਦ ਤੇ ਖਾਸ ਤੌਰ ਤੇ ਜਿਹੜਾ ਹੁਣ ਰੂਸ ਯੂਕਰੇਨ ਦੀ ਜੰਗ ਤੋਂ ਬਾਅਦ ਜਿਹੜਾ ਇਨਫਲੇਸ਼ਨ ਦਾ ਦੌਰ ਹੈ ਇਹਦੇ ਵਿੱਚ ਲੱਖਾਂ ਨੌਕਰੀਆਂ ਗਈਆਂ ਨੇ ਸਟਾਫ ਸ਼ਾਰਟੇਜ ਜਿਹੜਾ ਵਰਡ ਹੈ ਉਹ ਕੰਨ ਪੱਕ ਗਏ ਨੇ ਸੁਣ ਕੇ ਜਿਹੜਾ ਮਰਜ਼ੀ ਡਿਪਾਰਟਮੈਂਟ ਹੋਵੇ
ਸੋ ਨੋ ਡਾਊਟ ਟੀਚਿੰਗ ਦੇ ਸਕੂਲਸ ਦੇ ਵਿੱਚ ਵੀ ਇਹ ਇੱਕ ਖਾਸ ਮੁੱਦਾ ਹੋਊਗਾ। ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਵੀ ਜੁੜੇ ਹੋਏ ਹੋ। ਹਾਂਜੀ। ਸੋ ਮੈਨੂੰ ਇਹ ਲੱਗਦਾ ਮੈਂ ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ, ਖੁਦ ਆਪ ਵੀ ਇਸੇ ਸਿਸਟਮ ਦੇ ਵਿੱਚੋਂ ਹੈ, ਉਹੀ ਸੇਮ ਕੁਆਲੀਫਿਕੇਸ਼ਨ ਹੈ। ਜਸਵੀਰ ਜੀ ਤੋਂ ਵੀ ਇਹੀ ਸੇਮ ਸਵਾਲ ਹੈਗਾ ਵੀ ਇੰਨੇ ਲੋਕ ਇੱਥੇ ਆਲਰੇਡੀ M.Ed B.Ed ਤੁਰੇ ਫਿਰਦੇ ਨੇ, ਉਹਨਾਂ ਨੂੰ ਅਸੀਂ ਇਸ ਸਿਸਟਮ ਦੇ ਵਿੱਚ ਲੈ ਕੇ ਨਹੀਂ। ਮੈਨੂੰ ਪਤਾ ਹੈ ਫੈਡਰਲ ਮਸਲਾ ਹੈ, ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ, ਪਰ ਫਿਰ ਵੀ ਤੁਸੀਂ ਟਰਸਟੀ ਹੋ। ਇਸ ਤਰ੍ਹਾਂ ਦਾ ਕੋਈ ਐਡਵੋਕੇਸੀ, ਇਸ ਤਰ੍ਹਾਂ ਦੀ ਕੋਈ ਸਲਾਹ ਕਿਸ ਤਰ੍ਹਾਂ ਇਹ ਹੋ ਸਕਦਾ ਹੈ? ਕਿਉਂਕਿ ਤੁਸੀਂ ਵੀ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਕੋਲ ਕੁਆਲੀਫਿਕੇਸ਼ਨ ਹੈਗੀ ਹੈ ਪਰ ਉਹ ਵਾਲਾ ਕੰਮ ਨਹੀਂ ਕਰ ਰਹੇ, ਤੇ ਸ਼ਾਇਦ ਉਸੇ ਕਰਕੇ ਹੀ ਮੈਨੂੰ ਲੱਗਦਾ ਕਿ ਸ਼ਾਰਟੇਜ ਹੈ। ਉਸ ਸ਼ਾਰਟੇਜ ਨੂੰ ਇਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ। ਕਿ ਮੈਂ ਸਹੀ ਸੋਚਦਾ? ਹਾਂਜੀ, ਸ਼ੋਰਟੇਜ ਕਈ ਕਾਰਨ ਕਰਕੇ ਆ। ਇੱਕ ਤਾਂ ਜਿਵੇਂ ਰਿਟਾਇਰਮੈਂਟ, ਬੇਬੀ ਬੂਮਰਸ ਦਾ ਟਾਈਮ ਹੈਗਾ। ਸੋ ਜਿਹੜੇ ਬੇਬੀ ਬੂਮਰਸ ਸੀ ਬੈਕ ਇਨ ਦ ਡੇ, ਕਾਫੀ ਲੋਕ ਉਸ ਵੇਲੇ ਡਿਫਰੈਂਟ ਪ੍ਰੋਫੈਸ਼ਨਲ ਬਣ ਗਏ ਸੀਗੇ, ਡਿਫਰੈਂਟ ਕਰੀਅਰਸ ਚੂਜ਼ ਕੀਤੇ ਸੀਗੇ, ਤੇ ਹੁਣ ਉਹ ਰਿਟਾਇਰ ਹੋ ਰਹੇ ਨੇ। ਬਿਲਕੁਲ, ਦੈਟਸ ਅ ਬਿਗ ਰੀਜ਼ਨ। ਸੈਕੰਡ ਰੀਜ਼ਨ ਹੈਗਾ ਕਿ ਜਿਵੇਂ ਹੁਣ ਵੈਕਸੀਨੇਸ਼ਨਸ ਚੱਲੀਆਂ ਸੀ, ਆਪਾਂ ਨੂੰ ਸਭ ਨੂੰ ਪਤਾ ਕਿ ਵੈਕਸੀਨੇਸ਼ਨ ਮੈਂਡੇਟ ਕਰ ਦਿੱਤਾ ਸੀ। ਸੋ ਉਹਦੇ ਕਰਕੇ ਵੀ ਕਈ ਹੁਣ ਜੌਬਸ ਤੋਂ ਹਟ ਗਏ ਸੀਗੇ, ਹਨਾ। ਥਰਡ ਥਿੰਗ ਇਹ ਹੋ ਗਈ ਆ ਕਿ ਕਈ ਮੈਟ ਲੀਵ, ਵੈਕੇਸ਼ਨ ਜਾਂ ਹੋਰ ਚੀਜ਼ਾਂ ਹੁੰਦੀਆਂ, ਸਿਕ ਲੀਵ ਹੁੰਦਾ, ਕੰਮ ਤੇ ਸੱਟ ਲੱਗ ਜਾਂਦੀ ਆ। ਦੇਰਸ ਮੈਨੀ ਕਾਰਨ ਬਹੁਤ ਹੁੰਦੇ ਨੇ ਕਿ ਸ਼ੋਰਟੇਜ ਕਾਹਤੋਂ ਹੈਗੀ ਆ। ਐਂਡ ਚੌਥੀ ਇਹ ਆ ਕਿ ਜਦੋਂ ਆਪਾਂ ਸਕੂਲਿੰਗ ਵੱਲ ਦੇਖੀਏ, ਉਸ ਹਿਸਾਬ ਨਾਲ ਕਲਾਸਿਸ ਜਾਂ ਪ੍ਰੋਗਰਾਮਸ ਜਾਂ ਟੀਚਰਸ ਇਨਫ ਨਹੀਂ ਹੈਗੇ ਪੜ੍ਹਾਉਂਦੇ ਇਸ ਵਕਤ, ਪ੍ਰੋਫੈਸਰਸ ਇਨਫ ਨਹੀਂ ਹੈਗੇ different careers ਦੇ ਵਿੱਚ, ਹੈ ਨਾ। ਐਂਡ ਸੋ ਨਰਸਿੰਗ ਖਾਸ, ਟੀਚਿੰਗ ਵੱਲ ਖਾਸ, ਇਹ ਪ੍ਰੋਫੈਸਰਸ ਲੈਕ ਹੋਣ ਕਰਕੇ ਵੀ, ਜਾਂ ਸੀਟਾਂ ਇਨਫ ਨਹੀਂ ਹੈਗੀਆਂ ਸਕੂਲਸ ਦੇ ਵਿੱਚ, ਉਹ ਚੀਜ਼ਾਂ ਕਰਕੇ ਵੀ ਘਾਟ ਹੋ ਰਹੀ ਹੈ। ਸੋ ਦੇਰਸ ਡਿਫਰੈਂਟ ਰੀਜ਼ਨਸ ਵਾਈ। ਪਰ ਜਿਹੜੀ ਇਹ ਘਾਟ ਆ, ਹੁਣ ਪ੍ਰਪੋਜ਼ਲਸ ਪ੍ਰੈਜ਼ੈਂਟੇਸ਼ਨਸ ਜਾਂ ਰਾਉਂਡ ਟੇਬਲਸ ਕਰਦੇ ਹੁੰਦੇ ਆ ਅਸੀਂ ਕਮਿਊਨਿਟੀ ਦੇ ਵਿੱਚ ਗਵਰਨਮੈਂਟ ਦੇ ਨਾਲ, ਕਿ ਕਿਹੜੇ ਸੋਲੂਸ਼ਨਸ ਇਸ ਲਈ ਅਸੀਂ ਸੁਜੈਸਟ ਕਰ ਸਕਦੇ ਹੈਗੇ ਆ। ਐਂਡ ਸੋ ਜਿਵੇਂ ਹੁਣ ਆਪਾਂ ਕਹਿ ਲਓ ਵੀ ਡਾਕਟਰਸ ਆਫ BC, ਹੈ ਨਾ। ਡਾਕਟਰਸ ਆਫ BC ਜਦੋਂ ਆਪਾਂ ਦੇਖਦੇ ਹਾਂ, ਫਿਜ਼ੀਸ਼ੀਅਨਸ, ਉਹ ਵੀ ਐਡਵੋਕੇਸੀ ਇਸ ਵਕਤ ਕਰ ਰਹੇ ਨੇ ਆਪਦੀ ਤੌਰ ਤੇ, ਚਾਹੇ ਉਹ ਨਰਸਾਂ ਲਈ ਆ, ਚਾਹੇ ਉਹ ਹੋਰ ਪ੍ਰੋਫੈਸ਼ਨਸ ਲਈ ਹੈਗਾ, ਕਿ ਜਿਹੜੇ ਚੀਜ਼ਾਂ ਇਦਾਂ ਦੀਆਂ ਘਾਟ ਹੈਗੀਆਂ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਜਿਹੜੇ ਕੁਆਲੀਫਾਈਡ ਬੰਦੇ ਆ ਰਹੇ ਨੇ, ਉਹਨਾਂ ਦੀ ਸਟ੍ਰੀਮਲਾਈਨ ਕੀਤੀ ਜਾਵੇ, ਜਾਂ ਸਮਥਿੰਗ ਨੀਡਸ ਟੂ ਬੀ ਡਨ, ਕਿ ਵੀ ਇਹ ਚੀਜ਼ਾਂ ਇੱਕ ਤਰ੍ਹਾਂ ਤਾਂ ਆਪਾਂ ਨੂੰ ਹੁੰਦਾ ਵੀ ਕਲੀਨਿਕਲ ਪ੍ਰੈਕਟਿਸ ਵੱਲੋਂ ਉਹਨਾਂ ਦੀ ਘਾਟ ਨਾ ਹੋਵੇ, ਕਿਉਂਕਿ ਆਪਾਂ ਅਨਪ੍ਰੋਫੈਸ਼ਨਲ ਬੰਦੇ ਵੀ ਨਹੀਂ ਮੰਗਦੇ ਹੈਗੇ, ਹੈ ਨਾ, ਕਿਉਂਕਿ ਫਿਰ ਆਪਾਂ ਲੀਗਲ ਤੌਰ ਤੇ ਜਾਂ ਹੋਰ ਸੇਫਟੀ ਤੌਰ ਤੇ ਆਪਾਂ ਉਹ ਚੀਜ਼ਾਂ ਰਿਸਕ ਵਿੱਚ ਪਾ ਰਹੇ ਆ। ਪਰ ਐਟ ਦੀ ਐਂਡ ਆਫ ਦ ਡੇ ਕਿਵੇਂ ਸਟ੍ਰੀਮਲਾਈਨ ਹੋ ਸਕਦਾ ਸਿਸਟਮ, ਤਾਂ ਕਿ ਜਿਹੜੇ ਸਰਟੀਫਾਈਡ ਹੈਗੇ ਨੇ ਉਹ ਅੱਗੇ ਆ ਕੇ ਆਪਦਾ ਸਰਟੀਫਿਕੇਸ਼ਨ ਹੋਰ ਛੇਤੀ ਲੈ ਸਕਣ, ਹੈ ਨਾ। ਸੋ ਇਹ ਚੀਜ਼ਾਂ ਦੇ ਵਿੱਚ ਡਿਸਕਸ਼ਨਸ ਹੋ ਰਹੀਆਂ ਨੇ ਹੁਣ, ਐਂਡ ਆਮ ਸ਼ੋਰ ਕਿ ਗਵਰਨਮੈਂਟ ਸੋਲੂਸ਼ਨ ਲੱਭ ਲਊਗੀ। ਬਟ ਜਿਵੇਂ ਤੁਸੀਂ ਕਿਹਾ ਕਿ BC ਦੇ ਵਿੱਚ ਘਾਟ ਹੈਗੀ ਆ ਇਸ ਵਕਤ, ਸਰਟੀਫਾਈਡ ਟੀਚਰਸ ਦੀ ਵੀ ਘਾਟ ਆ। ਸੋ ਉਸ ਲੋਟ ਵੀ ਸਿਸਟਮ ਆਪਣਾ ਥੋੜਾ ਫੇਲ ਹੋ ਰਿਹਾ, ਗੈਪਸ ਹੋ ਰਹੇ ਨੇ, ਤੇ ਕਲਾਸਰੂਮ ਸਾਈਜ਼ਸ ਤਾਂ ਹੀ ਵੱਧ ਰਹੀਆਂ ਨੇ। ਜੀ ਜਸਵੀਰ ਨਰਵਾਲ ਜੀ, ਤੁਸੀਂ ਮੈਨੂੰ ਇਲੈਕਸ਼ਨ ਦੇ ਬਾਰੇ ਦੇ ਵਿੱਚ ਡਿਟੇਲ ਦੇ ਵਿੱਚ ਦੱਸੋ, ਕਦੋਂ ਹੈ, ਕਿਵੇਂ ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਸਕਦੇ ਨੇ, ਕਿਸ ਤਰ੍ਹਾਂ ਵੋਟ ਕੀਤੀ ਜਾ ਸਕਦੀ ਹੈ? ਗੌਰਵ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਤੁਸੀਂ ਇੱਕ ਸਾਡੇ ਨਾਲ ਹੀ ਇੱਕ ਐਜੂਕੇਸ਼ਨਿਸਟ ਦੀ ਤਰ੍ਹਾਂ ਇਹਦੇ ਵਿੱਚ ਕੰਸਰਨ ਰੱਖਿਆ ਆ, ਔਰ ਦਿਲੋਂ ਤੁਹਾਡੇ ਮਨੋਂ ਤੁਸੀਂ ਇਹਦੇ ਵਿੱਚ ਇਨਵੋਲਵਮੈਂਟ ਕਰਕੇ ਜਿਹੜੇ ਸਾਡੇ ਪੇਰੈਂਟਸ ਆ ਉਹਨਾਂ ਨੂੰ ਜਿਹੜਾ ਸੁਨੇਹਾ ਦਿੱਤਾ, ਪੋਜ਼ਿਟਿਵ ਸੁਨੇਹਾ ਦਿੱਤਾ। ਵਿੱਚ ਮਾਫੀ ਚਾਹੁੰਦਾ, ਵਿੱਚ ਰੋਕ ਕੇ ਕਹਾਂਗੇ, ਸਾਡੇ ਕੋਲ ਇੱਥੇ ਜਿਹੜੇ ਪੜ੍ਹੇ ਲਿਖੇ ਨਾਨ ਪੋਲੀਟੀਕਲ ਬੰਦੇ ਨੇ, ਸਿਆਣੇ ਬੰਦੇ ਬਹੁਤ ਘੱਟ ਆਉਂਦੇ, ਤਾਂ ਮੈਨੂੰ ਆਪ ਨੂੰ ਬਹੁਤ ਖੁਸ਼ੀ ਹੈ। ਜੀ ਥੈਂਕ ਯੂ ਗੌਰਵ ਜੀ, ਥੈਂਕ ਯੂ ਵੈਰੀ ਮਚ। ਸੋ ਇਹਦੇ ਵਿੱਚ ਗੌਰਵ ਜੀ ਇਹੋ ਗੱਲਬਾਤ ਸਭ ਤੋਂ ਵੱਡੀ ਕਿ ਜਿਹੜੀ ਕਮਿਊਨਿਟੀ ਦੀ ਇਨਵੋਲਵਮੈਂਟ ਆ, ਸਾਡੀ ਕਮਿਊਨਿਟੀ ਦੀ ਇਨਵੋਲਵਮੈਂਟ ਆ, ਇਹ ਜਿਹੜਾ ਸਾਡਾ ਸਭ ਤੋਂ, ਸਾਡੇ ਬੱਚੇ ਸਾਡਾ ਸਰਮਾਇਆ ਆ, ਸਾਡਾ ਧਨ ਆ। ਇਹ ਜਿਹੜਾ ਹਿਊਮਨ ਰਿਸੋਰਸ ਆ, ਬੱਚਿਆਂ ਨੇ ਤੁਹਾਡੇ ਨਾਲ ਜਿਹੜੀ ਜਦੋਂ ਇੱਕ ਵੈਲ ਐਜੂਕੇਟਡ ਬੱਚਾ ਆ, ਉਹਨੇ ਸਾਰੀਆਂ ਹੀ ਚੀਜ਼ਾਂ ਨੂੰ ਐਜ਼ ਏ ਪਰਸਨ, ਐਜ਼ ਏ ਸਿਟੀਜ਼ਨ, ਉਹ ਇੱਕ ਵਧੀਆ ਪੁੱਤ ਜਾਂ ਧੀ ਬਣਦਾ ਜੀ, ਇੱਕ ਵਧੀਆ ਉਹ ਫਿਰ ਦੋਸਤ ਮਿੱਤਰ ਬਣਦਾ, ਇੱਕ ਵਧੀਆ ਉਹ ਪੇਰੈਂਟ ਬਣਦਾ, ਇੱਕ ਵਧੀਆ ਸਿਟੀਜ਼ਨ ਬਣਦਾ। ਕਿਉਂਕਿ ਜਿਹੜੀਆਂ ਇਹ ਕੁਆਲਿਟੀਜ਼ ਆ, ਗੁਣ ਆ, ਇਹਨੂੰ ਦੋਨੇ ਚੀਜ਼ਾਂ ਅਸੀਂ ਇੱਕ ਤਾਂ ਕਹਿੰਦੇ ਆ ਕਿ ਜਿਹੜਾ ਹੋਮ ਆ, ਜਿਹੜੇ ਪਹਿਲੇ ਗੁਰੂ ਆ ਉਹ ਮਾਤਾ ਪਿਤਾ ਆ। ਬਿਲਕੁਲ ਜੀ। ਜਿਹੜਾ ਹੋਮ ਇਜ਼ ਦੀ ਕ੍ਰੈਡਲ ਆਫ ਸਿਟੀਜ਼ਨਸ਼ਿਪ ਜੀ। ਦੂਜਾ ਜਿਹੜਾ ਸਕੂਲ ਆ, ਜਿੱਥੇ 8 ਘੰਟੇ ਬੱਚੇ ਰਹਿਣਾ, ਜਿੱਥੇ ਪ੍ਰੋਫੈਸ਼ਨਲ ਟੀਚਰ ਆ, ਜਿੱਥੇ ਲਰਨਡ ਆ, ਵਿਸ਼ਿਆਂ ਦੇ ਮਾਹਰ ਆ, ਉਹ ਦੂਜੇ ਗੁਰੂ ਉਹ ਆ। ਸੋ ਇਹਨਾਂ ਦੋਨਾਂ ਦਾ ਜਿਹੜਾ ਕੋਆਰਡੀਨੇਸ਼ਨ ਆ, ਬੱਚੇ ਦੇ ਜਿਹੜੇ ਦੋ ਗੁਰੂ ਆ,
ਇੱਕ ਉਹਦੇ ਮਾਤਾ ਪਿਤਾ ਤੇ ਇੱਕ ਜਿਹੜੇ ਦੂਜੇ ਗੁਰੂ ਆ ਜਿਹੜੇ ਉਹਦੇ ਟੀਚਰਸ, ਇਹਨਾਂ ਦਾ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਆ ਜੀ। ਬਿਲਕੁਲ। ਸੋ ਸਾਡਾ ਪੂਰਾ ਇਸ ਗੱਲ ਤੇ ਯਤਨ ਆ ਬਤੌਰ ਐਜੂਕੇਸ਼ਨਿਸਟ, ਜਾਂ ਸਾਡੀ ਸਲੇਟ ਦਵਿੰਦਰ ਵੀ ਇਹਦੇ ਲਈ ਬਹੁਤ ਪੈਸ਼ਨੇਟ ਆ, ਮੈਂ ਵੀ ਬਹੁਤ ਪੈਸ਼ਨੇਟ ਆ, ਸਾਡੇ ਦੂਜੇ ਟੀਮ ਮੈਂਬਰ ਜਿਹੜੇ ਲੀਜ਼ਾ ਅਲੈਕਸਿਸ ਆ ਤੇ ਨਸੀਮਾ ਹੈਗੇ ਆ, ਉਹ ਵੀ ਬਹੁਤ ਇਹਦੇ ਲਈ ਪੈਸ਼ਨੇਟ ਆ ਕਿ ਕਿਸੇ ਤਰ੍ਹਾਂ ਇਹਦਾ ਟੀਮ ਵਰਕ ਆ ਪੇਰੈਂਟਸ ਦਾ ਤੇ ਟੀਚਰ ਦਾ, ਇਹ ਮਿਸਿੰਗ ਆ। ਜੇ ਇਹ ਇੱਕ ਬੋਰਡ ਤੇ ਇੱਕ ਪਲੇਟਫਾਰਮ ਤੇ ਹੋ ਕੇ ਇਹ ਜਿਹੜਾ ਜਦੋਂ ਇਕੱਠੇ ਹੋ ਕੇ ਬਹਿਣਗੇ ਤਾਂ ਬਹੁਤ ਚੀਜ਼ਾਂ, ਜਿਹੜਾ ਬੱਚਾ ਸੈਂਟਰ ਆਫ ਜਿਹੜਾ ਅਟੈਂਸ਼ਨ ਬਣ ਜਾਊਗਾ, ਫੋਕਸ ਆਫ ਅਟੈਂਸ਼ਨ। ਜਦੋਂ ਪੇਰੈਂਟ ਤੇ ਟੀਚਰ ਬਹਿਣਗੇ ਉਦੋਂ ਬੱਚੇ ਦੀ ਗੱਲ ਹੋਣੀ ਆ ਜੀ। ਜਦੋਂ ਦੂਜੇ ਕੋਈ ਪ੍ਰਾਈਵੇਟ ਇੰਟਰਸਟ ਆ ਜਾਂ ਆਪਾਂ ਹੋਰ ਚੀਜ਼ਾਂ ਨੂੰ ਲੈ ਕੇ ਮੋਹਰੇ ਲੈ ਜਾਂਦੇ ਆ ਤਾਂ ਉਹ, ਕਿਉਂਕਿ ਬੱਚਿਆਂ ਦਾ ਤਾਂ ਇੰਟਰਸਟ ਇਹੋ ਹੀ ਆ ਵੀ ਉਹਨਾਂ ਜਿਹੜੇ ਉਹਨਾਂ ਪੇਰੈਂਟਸ ਦਾ ਤਾਂ ਇਹੋ ਇੰਟਰਸਟ ਆ ਕਿ ਉਹਨਾਂ ਦੇ ਜਿਹੜੇ ਬੱਚੇ ਦੇ ਗੈਟ ਦੀ ਬੈਸਟ ਐਜੂਕੇਸ਼ਨ ਜੀ। ਸੋ ਸਾਡੇ ਲਈ ਵੀ ਇਹੋ ਹੀ ਆ ਦੇ ਗੈਟ ਦੀ ਬੈਸਟ ਐਜੂਕੇਸ਼ਨ। ਸੋ ਮੈਂ ਅੰਤ ਤੇ ਉਹਨਾਂ ਨੂੰ ਕਹੂੰਗਾ ਕਿ ਜ਼ਰੂਰ ਪੂਰੇ ਜ਼ੋਰ ਨਾਲ ਜਿਹੜਾ ਇਹ ਬਾਹਰ ਆਓ, ਵੋਟ ਨਾ ਮਿਸ ਕਰਿਓ, ਵੋਟਾਂ ਜ਼ਰੂਰ ਪਾਓ ਜੀ। ਜਿਹੜੀ ਆ ਤੁਸੀਂ ਸਾਰੇ ਉਦਾਂ ਦੀ ਤੁਹਾਨੂੰ ਮਿਲਣੀ ਆ ਸਰਵਿਸ, ਜਿੱਦਾਂ ਦੀ ਤੁਹਾਡੀ ਭਾਵਨਾ ਹੋਈ, ਜਿੱਦਾਂ ਦਾ ਤੁਹਾਡਾ ਮਨ ਹੋਇਆ। ਸੋ ਇਸ ਵਾਰ ਜਿਹੜੀ ਆ ਪੁਰਾਣੀ ਸਲੇਟ ਆ 12 ਸਾਲਾਂ ਦੀ ਜੀ, ਮੈਂ ਤੁਹਾਨੂੰ ਦੱਸਿਆ ਸੀ ਡਰੱਗ ਗੈਂਗਸ, ਵਾਇਲੈਂਸ, ਬੁਲੀਇੰਗ ਸਭ ਕੁਝ ਉਹ ਵੱਧ ਗਿਆ ਆ ਜੀ। ਤੇ ਇਹ ਜਿਹੜੀ ਆ ਤੁਹਾਡੇ ਆਪਣੇ ਬੰਦੇ ਆ, ਇਹਨਾਂ ਨੂੰ ਮੌਕਾ ਦਿਓ ਔਰ ਅਸੀਂ ਤਨ ਮਨ ਧਨ ਨਾਲ ਪੂਰੀ ਜਾਨ ਲਾ ਦਿਆਂਗੇ ਕਮਿਊਨਿਟੀ ਲਈ ਕੰਮ ਕਰਨ ਲਈ ਔਰ ਬੱਚਿਆਂ ਲਈ ਜੀ। ਦਵਿੰਦਰ ਜੀ, ਉਹ 2 ਲਾਈਨਾਂ ਦੇ ਵਿੱਚ ਤੁਹਾਡਾ ਆਖਰੀ ਮੈਸੇਜ ਵੋਟਰਸ ਦੇ ਲਈ। ਹਾਂਜੀ, ਜਿਸ ਤਰ੍ਹਾਂ ਨਰਵਾਲ ਸਾਹਿਬ ਨੇ ਕਿਹਾ ਕਿ ਵੋਟ ਜ਼ਰੂਰ ਪਾਓ ਆ ਕੇ, ਕਿਉਂਕਿ ਐਵਰੀ ਵੋਟ ਕਾਊਂਟਸ ਐਂਡ ਕੈਂਡੀਡੇਟਸ ਉਹ ਚੁਣੋ ਜੋ ਕਿ ਤੁਹਾਨੂੰ ਪਤਾ ਵੀ ਸ਼ਾਇਦ ਕੁਝ ਚੇਂਜ ਲਿਆ ਸਕਣ, ਐਕਸਪਰਟੀਜ਼ ਉਹਨਾਂ ਦੇ ਹੈਗੇ ਆ, ਪ੍ਰੋਫੈਸ਼ਨਲ ਬੈਕਗ੍ਰਾਉਂਡ ਹੈਗਾ, ਕਿਉਂਕਿ ਜੋ ਆਪਾਂ ਵੋਟ ਪਾਉਂਦੇ ਆ ਵੇਸਟ ਨਾ ਜਾਵੇ। ਇਹ ਬਹੁਤ ਜ਼ਰੂਰੀ ਆ ਆਪਣੇ ਬੱਚਿਆਂ ਦੇ ਕਾਰਨ ਜੀ। ਸੋ ਦੋਸਤੋ, ਪੇਰੈਂਟਸ ਵੌਇਸ ਸਲੇਟ ਇਹਨਾਂ ਦੀ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਸੁਣਿਆ, ਦਵਿੰਦਰ ਸਰਾਂ ਹੋਣਾ ਨੂੰ ਤੇ ਨਾਲ ਜਸਵੀਰ ਨਰਵਾਲ ਜੀ ਨੂੰ। ਸਕੂਲ ਡਿਸਟ੍ਰਿਕਟ 36 ਸਰੀ ਦੇ ਲਈ ਇਹਨਾਂ ਦੀ ਇਲੈਕਸ਼ਨ, ਇਹਨਾਂ ਦਾ ਸਾਥ ਦਿਓ, ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲੈ ਕੇ ਆਓ। ਜਿਸ ਤਰ੍ਹਾਂ ਗਰੋ ਕਰ ਰਿਹਾ ਸਿਟੀ, ਮੇਰੇ ਖਿਆਲ ਦੇ ਵਿੱਚ ਉਸੇ ਤਰ੍ਹਾਂ ਦੀ ਗਰੋਥ ਹੀ ਸਾਰੇ ਬਾਕੀ ਦੇ ਸਿਸਟਮ ਦੇ ਵਿੱਚ, ਖਾਸ ਤੌਰ ਤੇ ਐਜੂਕੇਸ਼ਨ ਦੇ ਵਿੱਚ ਵੀ ਜ਼ਰੂਰੀ ਹੈ ਦੋਸਤੋ। ਸੋ ਪੇਰੈਂਟਸ ਵੌਇਸ ਦਾ ਜਿਹੜਾ ਇਹਨਾਂ ਦਾ ਵਾਅਦਾ ਹੈ ਕਿ ਬੱਚਿਆਂ ਨੂੰ ਪ੍ਰਮੁੱਖ ਰੱਖਿਆ ਜਾਊਗਾ, ਇੰਡੀਪੈਂਡੈਂਟ ਸਕੂਲ ਟਰਸਟੀ ਹੋਣਗੇ, ਕਮਿਊਨਿਟੀ ਵੈਲਿਊਜ਼ ਨੂੰ ਡਿਵੈਲਪ ਕੀਤਾ ਜਾਊਗਾ, ਟਰਾਂਸਪੇਰੈਂਸੀ ਤੇ ਓਪਨਨੈਸ ਸਿਸਟਮ ਦੇ ਵਿੱਚ ਲੈ ਕੇ ਆਉਣਗੇ, ਪੇਰੈਂਟਸ ਪ੍ਰਾਈਮ ਹੋਣਗੇ, ਮੂਹਰੇ ਹੋਣਗੇ, ਸਭ ਤੋਂ ਪਹਿਲਾਂ ਹੋਣਗੇ, ਉਹਨਾਂ ਦੀ ਭਾਗੀਦਾਰੀ ਨੂੰ ਸਿਸਟਮ ਦੇ ਵਿੱਚ ਬਣਾਇਆ ਜਾਊਗਾ ਤੇ ਪੂਰੀ ਐਜੂਕੇਸ਼ਨ ਲਰਨਿੰਗ ਪ੍ਰੋਸੈਸ ਦਾ ਜਿਹੜਾ ਐਕਸਪੀਰੀਅੰਸ ਉਹ ਬਹੁਤ ਐਕਸਲੈਂਟ ਰਹੂਗਾ। ਸੋ ਦੋਸਤੋ, ਪ੍ਰੋਗਰਾਮ ਖਬਰਸਾਰ ਤੁਸੀਂ ਜੁੜਿਆ, ਰੇਡੀਓ ਇੰਡੀਆ ਦੇ ਨਾਲ ਜੁੜੇ ਰਹੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਦੁਪਹਿਰੇ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ।